ਸਾਰੀ ਜਿਹੜੀ ਸੰਗਤ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਸਾਰੀ ਸੰਗਤ ਜਿਹੜੀ ਆ ਸਾਰੀ ਸੰਗਤ ਦਾ ਤੁਹਾਨੂੰ ਦਿਖਾਵਾਂਗੇ ਕਿ ਇਹ ਸਾਰੀ ਸੰਗਤ ਜਿਹੜੀ ਆ ਪੁਆਇਆਂ ਤੋਂ ਆਈ ਆ। ਇਸੇ ਤਰ੍ਹਾਂ ਪੂਰੀ ਯੂਪੀ ਚੋਂ ਉੱਤਰਾਂਚਲ ਚੋਂ ਮੈਂ ਤੁਹਾਨੂੰ ਦੱਸਦਾ ਕਿ ਕੈਮਰਾਮੈਨ ਨੂੰ ਕਹਾਂਗਾ ਇੱਧਰ ਥੋੜਾ ਜਿਹਾ ਪਿੱਛੇ ਘਮਾਓ। ਇਹ ਸਾਰੀ ਜਿਹੜੀ ਸੰਗਤ ਆ ਇਹ ਵੱਖ-ਵੱਖ ਥਾਵਾਂ ਤੋਂ ਪੂਰੀ ਯੂਪੀ ਚੋਂ ਉੱਤਰਾਂਚਲ ਚੋਂ ਇਹ ਸ਼ੁਰੂ ਹੋ ਜਾਂਦਾ ਜੀ ਰੁਦਰ ਹਰਿਦੁਆਰ ਦੇ ਚਿੜੀਆਪੁਰ ਤੋਂ ਜਸਪੁਰ, ਕਾਂਸ਼ੀਪੁਰ, ਗਦਰਪੁਰ, रुद्रपुर, किच्छा, सतारगंज, खटीमा, नानक माता साहब ਤੇ ਜਿੰਨਾ ਵੀ ਸਾਰਾ ਏਰੀਆ ਆ ਪੁਆਇਆਂ ਤੇ ਇਹ ਤੁਸੀਂ ਦੇਖ ਸਕਦੇ ਹੋ। ਤੇ ਇਹ ਸਾਰੇ ਜਿਹੜੇ ਨੇ ਸਿੰਘ ਯੋਧੇ ਇਹ ਪੁਆਇਆਂ ਤੋਂ ਆਏ ਆ ਤੇ ਮੈਂ ਸਿਰਫ ਇੱਕੋ ਹੀ ਗੱਲ ਪ੍ਰਧਾਨ ਸਾਹਿਬ ਦੱਸਣੀ ਆ ਕਿ ਜਿਹੜੇ ਆਪਣੇ ਇੱਥੇ ਸਿੰਘ ਸ਼ਹੀਦ ਹੋਏ ਨੇ ਤੇ ਉਹਦੇ ਵਿੱਚ ਜਿਹੜਾ ਖਬਰਾਂ ਦੇ ਅਨੁਸਾਰ ਆ ਰਿਹਾ ਉਹ ਇਹ ਗੱਲ ਆ ਰਹੀ ਆ ਕਿ ਜਿਹੜਾ ਇੱਥੋਂ ਦਾ ਸੰਸਦ ਆ ਅਜੇ ਮਿਸ਼ਰਾ ਉਰਫ ਟੈਣੀ ਉਹਦੇ ਬੇਟੇ ਨੇ ਜਿਹੜੀ ਕਿਸਾਨਾਂ ਦੇ ਜਦੋਂ ਵਾਪਸੀ ਕਰਨ ਉਦੋਂ ਉਹਨਾਂ ਨੇ ਉਹਨਾਂ ਦੇ ਉੱਤੇ ਜਿਹੜੀ ਥਾਰ ਜੀਪ ਉਹ ਚੜ੍ਹਾ ਦਿੱਤੀ ਤੇ ਉਹ ਥਾਰ ਜੀਪ ਚੜ੍ਹਾਉਣ ਤੋਂ ਬਾਅਦ ਆਪਣੇ ਸਿੰਘ ਸ਼ਹੀਦ ਹੋਏ। ਹੁਣ ਤੁਸੀਂ ਜਿਹੜਾ ਆ ਤੁਹਾਡੀ ਕੀ ਮੰਗ ਆ, ਤੁਸੀਂ ਕਿਵੇਂ ਇੱਥੇ ਡਟੇ ਰਹੋਗੇ? ਜਿਵੇਂ ਵੱਖ-ਵੱਖ ਥਾਵਾਂ ਤੋਂ ਬਹੁਤ ਸਾਰੀ ਸੰਗਤ ਪੰਜਾਬ ਚੋਂ ਬਹੁਤ ਜ਼ਿਆਦਾ ਆ ਰਹੀ ਆ ਤੇ ਕੀ ਤੁਹਾਡਾ ਕਿਸਾਨ ਯੂਨੀਅਨ ਦਾ ਤੁਹਾਡੀ ਸੰਗਤ ਦਾ ਕੀ ਫੈਸਲਾ? ਹੁਣ ਸਾਡਾ ਫੈਸਲਾ ਇਹ ਹੀ ਹੈ ਜੀ, ਸੰਯੁਕਤ ਕਿਸਾਨ ਮੋਰਚੇ ਦੇ ਨਾਲ ਹੈ ਤੇ ਅਸੀਂ ਉਨਾ ਚਿਰ ਇੱਥੇ ਬਣੇ ਰਹਾਂਗੇ ਧਰਨੇ ਤੇ ਜਿੰਨਾ ਚਿਰ ਇਹਦਾ ਨਾ ਸਾਨੂੰ ਆਪਦਾ ਹੱਕ ਨਹੀਂ ਮਿਲ ਜਾਂਦਾ ਜਾਂ ਨਾ ਇਹਦਾ ਕੋਈ ਨਿਰਣਾ ਨਹੀਂ ਹੋ ਜਾਂਦਾ। ਵੀ ਸੰਯੁਕਤ ਕਿਸਾਨ ਮੋਰਚੇ ਦਾ ਇਹ ਹੈ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ। ਸਾਡਾ ਕਹਿਣਾ ਤਾਂ ਇਹ ਹੈ ਕਿ ਉਹਨਾਂ ਨੂੰ ਨਾ ਵੀ ਉਹਨੂੰ ਤੇ 302 ਦਾ ਪਰਚਾ ਹੋਏ, 302 ਦਾ ਘੱਟੋ ਘੱਟ ਹਾਂਜੀ 302 ਦਾ ਪਰਚਾ ਹੋਏ। ਅਸੀਂ ਉਹਨਾਂ ਚਿਰ ਅਸੀਂ ਵਾਪਸ ਨਹੀਂ ਜਾਣਾ। ਅਸੀਂ ਨਾ ਸੰਯੁਕਤ ਕਿਸਾਨ ਮੋਰਚੇ ਨਾਲ ਹੱਥ ਨਾਲ ਹੱਥ ਮਿਲਾ ਕੇ ਖੜੇ ਆ। ਬੋਲੇ ਸੋ ਨਿਹਾਲ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਆਪਾਂ ਪਾਵਾਂਗੇ ਚਾਲੇ ਜੀ। ਸਾਰੀ ਸੰਗਤ ਜਿਹੜੀ ਆ ਬਹੁਤ ਦੂਰ ਤੱਕ ਜਿਹੜੀਆਂ ਪੁਲਿਸ ਦੀਆਂ ਰੁਕਾਵਟਾਂ ਨੇ ਉਹ ਵੀ ਬਹੁਤ ਜ਼ਿਆਦੀਆਂ ਨੇ। ਪੀਲੀਭੀਤ ਤੱਕ ਉਹਨਾਂ ਨੇ ਨਾਕੇ ਲਾਏ ਹੋਣੇ ਪੰਜਾਬ ਵਾਲੀ ਸੰਗਤ ਨੂੰ ਉੱਥੇ ਡੱਕ ਰਹੇ ਨੇ ਤੇ ਹੁਣ ਅਸੀਂ ਉੱਥੇ ਜਾ ਕੇ ਬਾਕੀ ਗੱਲਬਾਤ ਜਿਹੜੀ ਆ ਉਹ ਕਰਾਂਗੇ। ਹੁਣ ਸਾਰੇ ਗੱਡੀਆਂ 'ਚ ਬਹਿ ਗਏ ਨੇ, ਅਸੀਂ ਵੀ ਗੱਡੀ 'ਚ ਬਹਿਣ ਲੱਗੇ ਹਾਂ, ਬਹਿ ਕੇ ਆਪਾਂ ਉੱਥੇ ਜਾ ਕੇ ਗੱਲਬਾਤ ਕਰਾਂਗੇ ਜੀ। ਇਸ ਘਟਨਾ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਪਿਛਲੇ ਮਹੀਨੇ ਦੀ 25 ਤਰੀਕ ਨੂੰ। 25 ਤਰੀਕ ਨੂੰ ਇਹ ਜਿਹੜੇ ਸਾਡੇ ਸੰਸਦ ਜੀ ਹੈ ਜਿਹੜੇ ਹੁਣ ਮੰਤਰੀ ਬਣ ਕੇ ਆਏ ਆ, ਇਹਨਾਂ ਦਾ ਪਲੀਏ ਦਾ ਸੰਪੂਰਨ ਨਗਰ ਦਾ ਦੌਰਾ ਸੀ ਤੇ ਪਲੀਏ ਦੀ ਸੰਗਤ ਨੇ ਉੱਥੇ ਮਿਲ ਕੇ ਤੇ ਇਹਨਾਂ ਨੂੰ ਕਾਲੇ ਝੰਡੇ ਵਿਖਾਏ ਸੀ। ਇਸ ਬੰਦੇ ਨੂੰ ਕਾਲੇ ਝੰਡਿਆਂ ਤੋਂ ਇੰਨੀ ਕੁ ਐਲਰਜੀ ਹੋਈ ਹੈ ਵੀ ਇਹਨੇ ਬੜਾ ਵੱਧ ਘੱਟ ਕਿਹਾ ਸੀ ਤੇ ਇਹ ਵੀ ਕਿਹਾ ਸੀ ਵੀ ਤੁਹਾਨੂੰ ਪਲੀਆ ਨਿਰਾ ਨੇ ਤੁਹਾਨੂੰ ਲਖੀਮਪੁਰ ਤੋਂ ਛਡਾ ਦਿਆਂਗਾ ਤੇ ਤੁਹਾਡਾ ਉਹ ਹਾਲ ਕਰਾਂਗੇ ਜਿਹੜਾ ਅੱਜ ਤੱਕ ਕਿਸੇ ਦਾ ਨਾ ਹੋਇਆ। ਤੁਸੀਂ ਮੇਰਾ ਇਤਿਹਾਸ ਨਹੀਂ ਜਾਣਦੇ। ਤੇ ਇਹਦੇ ਇਤਿਹਾਸ ਬਾਰੇ ਜਦੋਂ ਇਹਨੇ ਕਿਹਾ ਮੇਰਾ ਕੋਈ ਇਤਿਹਾਸ ਨਹੀਂ ਜਾਣਦੇ ਤੇ ਇੱਥੋਂ ਇੱਕ ਮੁੰਡੇ ਨੇ ਵੀਡੀਓ ਪਾਤੀ ਵੀ ਤੇਰਾ ਇਤਿਹਾਸ ਅਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਆ ਵੀ ਤੇਰਾ ਅੱਗੜ ਤੇ ਪਿਛੋਕੜ ਹੈ ਕੀ ਆ, ਵੀ ਤੂੰ ਬਲੈਕੀਆ ਵੀ ਰਿਹਾ, ਤੂੰ ਚੋਰ ਵੀ ਰਿਹਾ, ਤੂੰ ਕਾਤਲ ਵੀ ਰਿਹਾ, ਕੋਈ ਕੰਮ ਇਹੋ ਜਿਹਾ ਨਹੀਂ ਜਿਹੜਾ ਤੂੰ ਨਹੀਂ ਕੀਤਾ। ਉਹਦੇ ਉੱਤੇ ਇਹਨੇ ਮੁਕੱਦਮਾ ਲਿਖਾ ਦਿੱਤਾ ਤੇ ਉਹ ਜਿਹੜਾ ਇਹਨੇ ਕਿਹਾ ਸੀ ਵੀ ਮੇਰਾ ਪਿਛੋਕੜ ਤੁਹਾਨੂੰ ਨਹੀਂ ਪਤਾ। ਤੇ ਇੱਕ ਮੈਂ ਵੀ ਵੀਡੀਓ ਪਾਈ ਸੀ ਤੇ ਮੈਂ ਇਹਨੂੰ ਇਹ ਗੱਲ ਕਹੀ ਸੀ ਵੀ ਤੇਰਾ ਪਿਛੋਕੜ ਤੇ ਸਾਨੂੰ ਪਤਾ ਪਰ ਸਾਡਾ ਪਿਛੋਕੜ ਤੈਨੂੰ ਨਹੀਂ ਪਤਾ ਵੀ ਸਾਡੇ ਨਾਲ ਪ੍ਰੇਮ ਦੇ ਨਾਲ ਤੇ ਭਾਵੇਂ ਸਾਡੇ ਉੱਤੋਂ ਜਿਹੜਾ ਪੂਰੀ ਦੀ ਪੂਰੀ ਗੱਡੀ ਕੋਈ ਕੱਢਦਾ ਪਰ ਜੇ ਸਾਨੂੰ ਉਂਗਲੀ ਕਰੇ ਕੋਈ ਤੇ ਫਿਰ ਅਸੀਂ ਅੰਗਰੇਜ਼ਾਂ ਨੂੰ ਪੁੱਛ ਕੇ ਵੇਖ ਲਈ ਵੀ ਅਸੀਂ ਲੰਡਨ ਤੱਕ ਉਹਦਾ ਪਿੱਛਾ 20 ਸਾਲਾਂ ਬਾਅਦ ਵੀ ਨਹੀਂ ਛੱਡਦੇ। ਖੈਰ ਉਹ ਪਿਛਲੀ ਜਦੋਂ ਹੋਈ ਨਿਪੜੀ ਤੇ ਕੱਲ ਜਿਹੜੀ ਸਾਡੀ ਇੱਥੇ ਕਿਸਾਨਾਂ ਦੀ ਇੱਕ ਪੰਚਾਇਤ ਨਹੀਂ ਸੀ, ਅਸੀਂ ਕਾਲੇ ਝੰਡੇ ਵਿਖਾਉਣ ਵਾਸਤੇ ਫਿਰ ਇੱਥੇ ਆਏ ਸਾਂ। ਇਸੇ ਸੰਸਦ ਦੇ ਘਰ ਇੱਕ ਸਾਡੇ ਇੱਥੋਂ ਦੇ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਨੇ ਕੇਸ਼ਵ ਪ੍ਰਸਾਦ ਮੌਰੀਆ, ਉਹਨਾਂ ਆਉਣਾ ਸੀ ਤੇ ਇਹ ਸੰਗਤ ਨੇ ਇੱਕ ਫੈਸਲਾ ਕੀਤਾ ਵੀ ਅਸੀਂ ਇਹਨਾਂ ਨੂੰ ਕਾਲੇ ਝੰਡੇ ਵਿਖਾਉਣੇ ਨੇ ਤੇ ਕੱਲ ਕਾਲੇ ਝੰਡੇ ਵਿਖਾਉਣ ਵਾਸਤੇ ਇੱਥੇ ਪਹੁੰਚੇ ਸਨ। ਆ ਜਿਹੜਾ ਸਾਹਮਣੇ ਤੁਸੀਂ ਮੈਦਾਨ ਵੇਖਣ ਡਏ ਜੇ, ਇਸ ਮੈਦਾਨ ਦੇ ਵਿੱਚ ਹੈਲੀਪੈਡ ਬਣਿਆ ਸੀ ਤੇ ਪ੍ਰੋਗਰਾਮ ਸੀ ਵੀ ਇਹ ਹੈਲੀਕਾਪਟਰ ਤੇ ਆਉਣਗੇ। ਇਸ ਕਰਕੇ ਆਪਣੇ ਸਾਰੇ ਜੀ ਜਿਹੜੇ ਨੇ ਇੱਥੇ ਇਸ ਮੈਦਾਨ 'ਚ ਇਕੱਠੇ ਹੋ ਗਏ ਤੇ ਪਤਾ ਬਾਅਦ 'ਚ ਇਹ ਲੱਗਾ ਵੀ ਉਹ ਹੈਲੀਕਾਪਟਰ ਤੇ ਨਾ ਆ ਕੇ ਤੇ ਬਾਈ ਰੋਡ ਆ ਰਿਹਾ ਤੇ ਇਹ ਇੱਥੇ ਖੈਰ ਜੰਮੇ ਰਹੇ। ਜਦੋਂ ਹੌਲੀ ਹੌਲੀ ਸ਼ਾਮ ਹੋ ਗਈ ਇਹਨਾਂ ਵੇਖਿਆ ਵੀ 3:30 ਵੱਜ ਚੱਲੇ ਨੇ ਤੇ ਹੁਣ ਤੇ ਉਹ ਨਿਕਲ ਗਿਆ ਹੋਣਾ ਵਾਪਸ। ਤੇ ਚਲੋ ਸਾਡੀ ਇੰਨੀ ਬੜੀ ਜਿੱਤ ਆ ਵੀ ਅੱਜ ਇੱਕ ਆਪ ਮੰਤਰੀ ਇੱਕ ਇੱਥੋਂ ਦਾ ਉਪ ਮੁੱਖ ਮੰਤਰੀ ਸਟੇਟ ਦਾ ਤੇ ਡਰਦੇ ਸਾਡੇ ਇਸ ਪਾਸੇ ਨਹੀਂ ਆਏ, ਦੂਜੇ ਪਾਸੇ ਲੰਘ ਗਏ ਤੇ ਇਹਨੂੰ ਆਪਣੀ ਜਿੱਤ ਮੰਨ ਕੇ ਸਾਰੇ ਜਣੇ ਵਾਪਸ ਤੁਰ ਪਏ ਨੇ। ਜਦੋਂ ਸੜਕ ਤੇ ਆ ਕੇ ਥੋੜਾ ਚੱਲੇ ਨੇ ਤੇ ਇੱਥੋਂ 3.5 ਕਿਲੋਮੀਟਰ ਦਾ ਘਰ ਹੈ ਸੰਸਦ ਦਾ ਜਿੱਥੇ ਆਪਾਂ ਬੈਠੇ ਆ। ਉੱਥੋਂ ਇਹਦਾ ਮੁੰਡਾ 3 ਗੱਡੀਆਂ ਲੈ ਕੇ ਆਇਆ
ਉਹ ਪਿੱਛੋਂ ਜਾਂਦੇ ਹੋਇਆਂ ਦੀ ਇੰਨੀ ਸਪੀਡ ਦੇ ਨਾਲ ਗੱਡੀਆਂ ਉੱਤੇ ਚੜਾਈਆਂ ਨੇ ਵੀ 2 ਬੰਦੇ ਸਾਡੇ ਜਿਹੜੇ ਕਿਸਾਨ ਨੇ ਇੱਥੇ ਖਤਮ ਹੋ ਗਏ ਤੇ 2 ਸਾਡੇ ਜਿਹੜੇ ਹਸਪਤਾਲ ਜਾ ਕੇ ਖਤਮ ਹੋਏ ਤੇ 15 ਨੂੰ ਸਾਡੇ ਜਿਹੜੇ ਨੇ ਬੜੀਆਂ ਸੀਰੀਅਸ ਉਹਨਾਂ ਨੂੰ ਚੋਟਾਂ ਨੇ, ਜਿਨ੍ਹਾਂ 'ਚੋਂ ਇੱਕ ਸਾਡੇ ਤੇਜਿੰਦਰ ਸਿੰਘ ਵਿਰਕ ਜਿਨ੍ਹਾਂ ਦੇ ਹੈਡ ਇੰਜਰੀ ਹੈ, ਉਹਨਾਂ ਨੂੰ ਅਸੀਂ ਵਿਦਾਂਤਾ ਦਿੱਲੀ ਲੈ ਕੇ ਗਏ ਕੱਲ। ਇਹ ਸਾਡੇ ਸਾਰੇ ਜੀਆਂ ਦੀ ਹਾਲਤ ਸੀ ਤੇ ਗੱਲ ਖਾਲੀ ਇਹ ਸੀ ਕਿ ਕਾਲੇ ਝੰਡੇ ਇਹਨਾਂ ਨੂੰ ਵੇਖਣ ਦੀ ਆਦਤ ਨਹੀਂ ਗਈ। ਇੰਨਾ ਇਸ ਬੰਦੇ 'ਚ ਘਮੰਡ ਤੇ ਇੰਨਾ ਇਹਦੇ 'ਚ ਜਿਹੜਾ ਇਹਦਾ ਕਰੈਕਟਰ ਹੈ ਏਡਾ ਗਿਰਿਆ ਹੋਇਆ ਹੈ ਵੀ ਤੁਸੀਂ ਕਿਸਾਨਾਂ ਨੂੰ ਜਿਹੜੇ ਆਰਾਮ ਨਾਲ ਬੈਠੇ ਮੋਰਚੇ ਦੇ ਉੱਤੇ ਨੇ, ਕਿਸੇ ਦੇ ਨਾਲ ਕੋਈ ਉਹਨਾਂ ਕੋਲ ਦੇ ਹੱਥ 'ਚ ਇੱਕ ਸੋਟੀ ਹੈ ਪਤਲੀ ਜੀ ਜਿਹੜੀ ਆ ਤੁਹਾਡੇ ਇਹਦੇ 'ਚ ਲੱਗਦੀ ਹੈ ਝੰਡੇ 'ਚ, ਇਹ ਸੋਟੀ ਨਾਲ ਕਿਸੇ ਦਾ ਕੋਈ ਕੀ ਨੁਕਸਾਨ ਕਰ ਦਿੰਦਾ। ਜਦੋਂ ਇਹਨਾਂ ਪਿੱਛੋਂ ਕਾਰਾਂ ਦੇ ਉੱਤੇ ਚੜਾਈਆਂ ਨੇ 2 ਬੰਦੇ ਖਤਮ ਹੋ ਗਏ, 2 ਨੂੰ ਅਸੀਂ ਉੱਥੇ ਲੈ ਗਏ, ਬਾਕੀ ਜਿੰਨੇ ਜ਼ਖਮੀ ਸਨ ਉਹਨਾਂ 'ਚੋਂ ਵੀ 2 ਉੱਥੇ ਜਾ ਕੇ ਮਰ ਗਏ। ਉਸ ਤੋਂ ਬਾਅਦ ਇਹਨੇ ਇੱਥੇ ਬੱਸ ਨਹੀਂ ਕੀਤੀ, ਇਹਦੀ ਗੱਡੀਆਂ ਦੋਵੇਂ ਪਲਟ ਗਈਆਂ ਨੇ। ਉਸ ਤੋਂ ਬਾਅਦ ਇਹ ਫਾਇਰ ਕਰਦਾ ਉੱਥੋਂ ਭੱਜਿਆ ਤੇ ਸਾਡੇ ਇੱਕ ਬੱਚੇ ਦੇ ਫਾਇਰ ਲੱਗਾ ਹੈ। ਇਹ ਇੰਨੀ ਕਰਨ ਦੇ ਬਾਵਜੂਦ ਪੁਲਿਸ ਨੇ ਉਹਨਾਂ ਦੇ ਅੱਜ ਤੱਕ ਹੱਥ ਨਹੀਂ ਪਾਇਆ, ਉਹਨੂੰ ਸਗੋਂ ਬਚਾ ਕੇ ਪੁਲਿਸ ਇੱਥੋਂ ਲੈ ਗਈ। ਇਹਦੇ ਘਰ ਤੋਂ ਲੈ ਕੇ ਤੇ ਜਿੱਥੇ ਸਾਡਾ ਕਿਸਾਨੀ ਧਰਨਾ ਲੱਗਾ ਸੀ ਇਹਦੇ ਵਿੱਚ 3.5 ਕਿਲੋਮੀਟਰ ਦੇ ਵਿੱਚ ਸੈਂਕੜਾਂ ਦੇ ਹਿਸਾਬ ਨਾਲ ਪੁਲਿਸ ਸੀ। ਜਦੋਂ ਏਡੀ ਸਪੀਡ ਦੇ ਨਾਲ ਗੱਡੀਆਂ ਆਈਆਂ ਨੇ ਕਿਸੇ ਪੁਲਿਸ ਵਾਲੇ ਨੇ ਰੋਕਿਆ। ਇਹ ਮੰਤਰੀ ਬੜਾ ਹੰਕਾਰਿਆ ਤੇ ਜੋ ਇਹਨੇ ਸਾਨੂੰ 24-25 ਤਰੀਕ ਨੂੰ ਕਿਹਾ ਸੀ ਉਹ ਇਹਨੇ ਸਾਨੂੰ ਜਿਹੜਾ ਹੈ ਉਹ ਕੱਲ ਕਰ ਵਿਖਾਇਆ ਸਾਡੇ 4 ਜੀਆਂ ਦੀ ਜਾਨ ਲਈ। ਅੱਜ ਅਸੀਂ ਉਹਦੇ ਵਾਸਤੇ ਕੱਲ ਦੇ ਇੱਥੇ ਆਪਣੇ 4 ਜੀਆਂ ਦੇ ਮ੍ਰਿਤਕ ਸਰੀਰ ਰੱਖ ਕੇ ਤੇ ਬੈਠੇ ਹੋਏ ਸੀ। ਸਾਡੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਉਹਦੇ 'ਚ ਸਾਰੇ ਉੱਥੋਂ ਦੇ ਨੇਤੇ ਵੀ ਸਾਡੇ ਪਹੁੰਚ ਗਏ ਤੇ ਸਾਡੀ ਸੰਗਤ ਨੇ ਬੜਾ ਸਾਥ ਦਿੱਤਾ। ਹਜ਼ਾਰਾਂ ਹਿਸਾਬ ਨਾਲ ਸੰਗਤ ਇੱਥੇ ਪਹੁੰਚ ਗਈ। ਅੱਜ ਪ੍ਰਸ਼ਾਸਨ ਨੂੰ ਗੋਡੇ ਟੇਕਣੇ ਪਏ ਤੇ ਹਰ ਇੱਕ ਮ੍ਰਿਤਕ ਨੂੰ 45 ਲੱਖ ਰੁਪਈਆ, ਹਰ ਇੱਕ ਜਿਹੜਾ ਸੀਰੀਅਸ ਸਾਡਾ ਇੰਜਰਡ ਹੈ ਉਹਨੂੰ 10 ਲੱਖ ਰੁਪਈਆ, ਜਿਹੜੇ ਮ੍ਰਿਤਕ ਨੇ ਉਹਨਾਂ ਨੂੰ ਇੱਕ ਪਰਿਵਾਰ ਦੇ ਵਿੱਚ ਸਰਕਾਰੀ ਨੌਕਰੀ, ਔਰ ਜਿਹੜਾ ਇਹਦਾ ਮੁੰਡਾ ਹੈ ਉਹਦੇ ਤੇ 302 304 20 47 48 49 ਇਹਨਾਂ ਧਾਰਾਂ ਦੇ ਵਿੱਚ ਉਹਦੀ FIR ਲੌਜ ਹੋਈ ਤੇ ਜਿਹੜੇ ਸਾਡੇ ਸੰਸਦ ਜੀ ਸਾਡੇ ਮੰਤਰੀ ਬਣ ਕੇ ਆਏ ਨੇ ਉਹਨਾਂ ਦੇ ਉੱਤੇ 120 ਦਾ ਮੁਕੱਦਮਾ ਲਿਖਿਆ ਗਿਆ। ਔਰ ਇੱਕ ਜਿਹੜੇ ਹਾਈ ਕੋਰਟ ਹੈ ਉਹਨਾਂ ਦੇ ਸੀਨੀਅਰ ਜੱਜ ਦੀ ਕਮਾਂਡ ਦੇ ਥੱਲੇ ਇੱਕ ਕਮੇਟੀ ਗਠਿਤ ਕੀਤੀ ਜਾਏਗੀ ਜਿਹੜੀ ਇਹ ਸਾਰੇ ਪ੍ਰਕਰਣ ਦੀ ਜਾਂਚ ਕਰੇਗੀ ਵੀ ਇਹ ਕਿਹਦੇ ਕਰਕੇ ਹੋਇਆ ਤੇ ਕਿਉਂ ਹੋਇਆ। ਅਸੀਂ ਅੱਜ ਦੇ ਟਾਈਮ ਦੇ ਵਿੱਚ ਜੋ ਪ੍ਰਸ਼ਾਸਨ ਨੇ ਕੀਤਾ ਹੈ ਸਾਨੂੰ ਉੱਤੇ ਪੂਰੀ ਤਸੱਲੀ ਹੈ ਵੀ ਜੋ ਵੀ ਉਹਨਾਂ ਕਿਹਾ ਹੈ ਉਹਦੇ ਉੱਤੇ ਫੁੱਲ ਚੜਾਉਣਗੇ। ਹਾਲਾਂਕਿ ਸਾਨੂੰ ਅੱਜ ਦੀ ਤਰੀਕ ਦੇ ਵਿੱਚ ਖਾਲੀ ਹੱਥਾਂ ਕੱਖ ਨਹੀਂ ਮਿਲਿਆ, ਪਰ ਇਹਨਾਂ ਕਿਹਾ ਵੀ ਕੱਲ ਨੂੰ ਤੁਹਾਡੇ ਜਿਹੜੇ ਚੈੱਕ ਨੇ ਉਹ ਦੇ ਦਿੱਤੇ ਜਾਣਗੇ, ਅਕਾਊਂਟ 'ਚ ਟ੍ਰਾਂਸਫਰ ਕਰ ਦਿੱਤਾ ਜਾਏਗਾ। ਔਰ ਜਿਹੜੇ ਤੁਹਾਡਾ ਗ੍ਰਿਫਤਾਰੀਆਂ ਨੇ ਉਹ ਤੁਹਾਡੇ ਇਹਨਾਂ ਬੱਚਿਆਂ ਦੇ ਭੋਗ ਤੋਂ ਪਹਿਲਾਂ ਇਹ ਗ੍ਰਿਫਤਾਰੀਆਂ ਹੋ ਜਾਣਗੀਆਂ। ਇਸ ਕਰਕੇ ਜਿੰਨੇ ਧਰਨੇ ਕੱਲ ਦੇ ਸਾਰੀਆਂ ਰੋਡ ਦੇ ਉੱਤੇ ਲੱਗੇ ਸੀ, ਜਿਨ੍ਹਾਂ ਮੇਰੇ ਭਰਾਵਾਂ ਨੇ ਹਰ ਜਗ੍ਹਾ ਧਰਨਾ ਲਾਇਆ ਹੈ ਜਾਂ ਘਰ ਤੋਂ ਚੱਲ ਕੇ ਇੱਧਰ ਨੂੰ ਕੂਚ ਕਰ ਰਹੇ ਨੇ, ਰਾਹ 'ਚ ਆ ਰਹੇ ਨੇ, ਉਹਨਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਜਿੱਥੇ ਤੁਸੀਂ ਹੈਗੇ ਜੇ ਧਰਨਾ ਲਾਇਆ ਤੇ ਧਰਨਾ ਸਮਾਪਤ ਕਰ ਦਿਓ। ਸਾਰੀ ਸੰਗਤ ਦਾ ਧੰਨਵਾਦ ਕਰਦਿਆਂ ਹੋਇਆਂ ਦੋਵੇਂ ਹੱਥ ਜੋੜ ਕੇ ਉਹ ਜਿਹੜੇ ਆਉਣ ਡਏ ਨੇ ਉਹ ਉੱਥੋਂ ਹੀ ਆਪਣਾ ਜਿਹੜਾ ਹੈ ਵਾਪਸੀ ਦੇ ਚਾਲੇ ਪਾ ਲੈਣ, ਕਿਉਂਕਿ ਇੱਥੋਂ ਜਿਹੜੀਆਂ ਮ੍ਰਿਤਕ ਦੇਹਾਂ ਸਨ ਉਹ ਲੈ ਕੇ PM ਲਈ ਜਿਹੜਾ ਉਹ ਚਲੇ ਗਏ ਨੇ। ਹੁਣ ਇੱਥੇ ਸੰਗਤ ਕੋਈ ਨਹੀਂ ਗਈ ਤੇ ਜਿੰਨੇ ਵੀ ਸੰਗਤ ਇੱਥੇ ਆਈ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਉਹਦਾ ਇਹ ਜੀ ਇਹ ਆਪਾਂ ਨੂੰ ਵੀ ਪਤਾ ਹੈ ਵੀ ਇਹ ਸੈਂਟਰ ਦਾ ਮੰਤਰੀ ਹੈ, ਉਹ ਸੈਂਟਰ ਦਾ ਮਸਲਾ ਹੈ। ਯੋਗੀ ਸਰਕਾਰ ਇਹ 'ਚ ਕੁਝ ਨਹੀਂ ਕਰ ਸਕਦੀ, ਸਾਡਾ ਪ੍ਰਸ਼ਾਸਨ ਨਹੀਂ ਕੋਈ ਕਰ ਸਕਦਾ। ਇਹਨਾਂ ਦਾ ਇੱਕ ਪੱਤਰ ਲਿਖਣ ਦੀ ਗੱਲ ਸੀ, ਉਹ ਕਹਿੰਦੇ ਜੀ ਅਸੀਂ ਪੱਤਰ ਆਪਣੇ ਵੱਲੋਂ ਸਖਤ ਤੋਂ ਸਖਤ ਲਿਖ ਦਿਆਂਗੇ ਵੀ ਜਿਹੜਾ ਅਸੀਂ ਸੈਂਟਰ ਗਵਰਨਮੈਂਟ ਨੂੰ ਪਾਵਾਂਗੇ ਵੀ ਆਹ ਤੁਹਾਡਾ ਇਹੋ ਜਿਹਾ ਮੰਤਰੀ ਤੇ ਆਹ ਇਹਨੇ ਕਾਰਾ ਕੀਤਾ ਹੈ ਤੇ ਆਹ ਇੱਥੋਂ ਦੇ ਲੋਕਾਂ ਦੀ ਮੰਗ ਹੈ। ਤੇ ਬਾਕੀ ਜਦੋਂ ਇਹਨਾਂ ਦਾ ਪੱਤਰ ਚੱਲ ਜਾਏਗਾ ਸੰਯੁਕਤ ਮੋਰਚੇ ਵੱਲੋਂ ਅਸੀਂ ਵੀ ਇਹਦੀ ਪੈਰਵਾਈ ਕਰਕੇ ਤੇ ਉੱਥੇ ਰਾਸ਼ਟਰਪਤੀ ਨੂੰ ਤੇ ਉੱਤੇ ਮਿਲਣ ਦੀ ਕੋਸ਼ਿਸ਼ ਕਰਾਂਗੇ। ਕੋਨੀਆ ਜ਼ਿਲ੍ਹਾ ਲਖੀਮਪੁਰ ਖੀਰੀ UP ਇੱਕ ਗੁਰੂ ਘਰ ਦਾ ਸਕੂਲ ਹੈ ਜਿੱਥੇ ਅਸੀਂ ਬੈਠੇ ਹਾਂ। ਇੱਥੇ ਲੰਘੀ ਰਾਤ ਜਿਹੜਾ ਸਾਡੇ ਕਿਸਾਨੀ ਸ਼ਾਂਤਮਈ ਸੰਘਰਸ਼ ਦੇ ਵਿੱਚ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ ਉਹਨਾਂ ਬਾਰੇ ਜਿੰਨੀ ਵੀ ਸਿੱਖ ਸੰਗਤ ਸੀ, ਜਿੰਨੇ ਵੀ ਇਹ ਸੰਘਰਸ਼ ਨਾਲ ਕਿਸਾਨੀ ਸੰਘਰਸ਼ ਨਾਲ ਸੰਬੰਧ ਸਨ, ਕਿਸਾਨ ਮਜ਼ਦੂਰ ਏਕਤਾ ਜਿਹੜੀ ਸਾਡੀ ਹੁਣ ਤੱਕ ਚੱਲ ਰਹੀ ਆ ਉਹਦੇ ਵਿੱਚ ਹਰ ਇੱਕ ਉਸ ਬੰਦੇ ਨੇ ਹਿੱਸਾ ਪਾਇਆ ਤੇ ਇਸ ਸੰਘਰਸ਼ 'ਚ ਵੀ ਹਿੱਸਾ ਪਾਇਆ। ਜਦੋਂ ਇਹ ਸ਼ਹਾਦਤਾਂ ਹੁੰਦੀਆਂ ਨੇ ਉਦੋਂ ਬਾਅਦ ਜਿੱਥੇ ਵੀ ਇਸ ਸੰਘਰਸ਼ ਨਾਲ ਸੰਬੰਧਿਤ ਜਾਂ ਅਣਖ ਗੈਰਤ ਵਾਲੇ ਲੋਕ ਵੱਸਦੇ ਸਨ ਉਹਨਾਂ ਨੇ ਵਹੀਰਾਂ ਘੱਤ ਦਿੱਤੀਆਂ ਇਸ ਜ਼ਿਲ੍ਹੇ ਵੱਲ ਨੂੰ। ਤੇ ਅਸੀਂ ਅੱਜ ਪ੍ਰਧਾਨ ਸਾਹਿਬ ਨਾਲ ਕਰਾਂਗੇ ਗੱਲ
ਕਿ ਇਹਦੇ ਉੱਤੇ ਉਹਨਾਂ ਨੇ ਧਰਨਾ ਚੁੱਕਣ ਦੀ ਅਪੀਲ ਕੀਤੀ ਆ ਕਿ ਇਹ ਸਾਰੇ ਮਸਲੇ ਦੇ ਵਿੱਚ ਕਿਹੜੇ ਇਹਦੇ ਜ਼ਿੰਮੇਵਾਰ ਸੀਗੇ ਜਿਨ੍ਹਾਂ ਨੇ ਗੱਲਬਾਤ ਕੀਤੀ ਤੇ ਕਿਹਨਾਂ ਨੇ ਵਿਸ਼ਵਾਸ ਦਿਵਾਇਆ। ਇਹ ਸਾਰੀ ਗੱਲ ਅਸੀਂ ਤੁਹਾਡੇ ਨਾਲ ਕਰਨਾ ਚਾਹਾਂਗੇ। ਪ੍ਰਧਾਨ ਸਾਹਿਬ, ਇਸ ਕਮੇਟੀ ਦੇ ਵਿੱਚ ਕਿੰਨੇ ਬੰਦੇ ਸਨ ਜਿਹੜਾ ਸਮਝੌਤਾ, ਜਿਹੜੇ ਆਪਾਂ ਕੋਈ ਸਵਾਲ ਉਹਨਾਂ ਕੋਲ ਰੱਖੇ, ਆਪਣੀਆਂ ਮੰਗਾਂ ਰੱਖੀਆਂ? ਜੀ, ਇਹਦੇ ਵਿੱਚ ਸਾਡੇ ਕਿਸਾਨ ਸੰਯੁਕਤ ਮੋਰਚੇ ਵੱਲੋਂ 5 ਜਣੇ ਉਹਦੇ ਸਨ, 6ਵਾਂ ਮੈਂ ਸੀ, ਪਤਵੰਤੇ ਸੱਜਣ ਸਾਡੇ ਇੱਥੋਂ ਦੇ ਵੀ 2-3 ਜਣੇ ਸੀ, 8-9 ਮੈਂਬਰ ਸੀ ਇਹਦੇ ਵਿੱਚ ਅਸੀਂ। 5 ਜਾਣੇ ਕਿਹੜੇ ਨਾਂ ਥੋੜਾ? ਉਹਦੇ ਚੋਂ ਜੀ ਹੁਣ ਇੱਕ ਰਕੇਸ਼ ਟਕੈਸ ਸੀ ਜੀ, ਔਰ ਚੜੋਨੀ ਗਰੁੱਪ ਵੱਲੋਂ ਇੱਕ ਮੁੰਡਾ ਇੱਥੋਂ ਦਾ ਸਤਾਰਗੰਜ ਦਾ ਗੁਰਸੇਵਕ ਸਿੰਘ ਜੀ, ਔਰ ਪੰਜਾਬ ਦੀਆਂ 2 ਜਥੇਬੰਦੀਆਂ, ਉਹਨਾਂ ਦੇ ਮੈਂ ਨਾਂ ਨਹੀਂ ਜਾਣਦਾ, ਜੀ ਕੋਈ ਗੱਲ ਇਹ ਸਾਰੇ ਜਣੇ ਆਏ ਸੀ। ਜੀ, ਉਧਰੋਂ ਜਿਹੜੇ ਨੇ ਆਈਜੀ ਸਾਹਿਬ ਸੀ, ਏਡੀਜੀ ਸੀ ਲਾਅ ਐਂਡ ਆਰਡਰ, ਜੀ, ਔਰ ਏਡੀਐਮ ਸਾਹਿਬ ਸੀ, ਡੀਐਮ ਸਾਹਿਬ ਸੀ, ਐਸਪੀ ਸੀ, ਜੀ, ਇਹ ਸਾਰੇ ਜਣੇ ਸੀ ਜੀ, ਤੇ ਜਿੰਨੀ ਐਡਮਿਨਿਸਟ੍ਰੇਸ਼ਨ ਜਿੰਨਾ ਹੈ ਉਹ ਸਾਰਾ ਸੀ। ਤੇ ਇਹਨਾਂ ਸਾਰਿਆਂ ਦੇ ਨਾਲ ਬਹਿ ਕੇ ਜਿਹੜੀ ਗੱਲਬਾਤ ਹੋਈ ਤੇ ਜਿਹੜਾ ਸਾਡਾ ਕੱਲ ਤੋਂ ਇੱਕ ਆਪਣੀਆਂ ਪਰਿਵਾਰ ਦੇ ਜਿਹੜੇ ਸਾਡੇ ਜੀ ਖਤਮ ਹੋਏ ਨੇ ਉਹਨਾਂ ਦੀਆਂ ਡੈੱਡ ਬੋਡੀ ਰੱਖ ਕੇ ਜਿਹੜਾ ਹਜ਼ਾਰਾਂ ਦੇ ਹਿਸਾਬ ਨਾਲ ਅਸੀਂ ਇੱਥੇ ਬੈਠੇ ਸੀ ਜੀ, ਤੇ ਅੱਜ ਸਾਡਾ ਇਕੱਠ ਜਿਹੜਾ ਉਹ ਕੋਈ ਰੰਗ ਲਿਆਇਆ। ਤੇ ਇੱਕ ਜਿਹੜਾ ਅੱਜ ਸਾਡਾ ਇਹਨਾਂ ਦੇ ਨਾਲ ਮਿਥਿਆ ਗਿਆ ਹੈ ਵੀ ਜਿਹੜੇ ਮੁੰਡੇ ਨੇ ਗੱਡੀ ਭਜਾ ਕੇ ਸਾਡੇ ਪਰਿਵਾਰਾਂ ਦੇ ਉੱਤੇ ਚੜਾ ਕੇ 4 ਜੀਆਂ ਦਾ ਕਤਲ ਕੀਤਾ ਹੈ, ਉਹ 12-14 ਬੰਦੇ ਜਿਹੜੇ ਨੇ ਬੜੇ ਸੀਰੀਅਸ ਤੌਰ ਤੇ ਜ਼ਖਮੀ ਕੀਤੇ ਸਨ, ਉਹਦੇ ਖਿਲਾਫ 302, 304, 20, 47, 48, 49 ਦੀ FIR ਉਹਦੇ ਉੱਤੇ ਕੀਤੀ ਗਈ। ਔਰ ਜਿਹੜੇ ਉਹਦੇ ਪਿਓ ਆ ਜਿਹੜੇ ਸਾਡੇ ਸੰਸਦ ਜੀ ਨੇ ਉਹਦੇ ਉੱਤੇ 120(b) ਦਾ ਮੁਕੱਦਮਾ ਲਿਖਿਆ ਗਿਆ। ਔਰ ਸਾਡੇ ਜਿਹੜੇ ਇਹਨਾਂ ਨੂੰ ਅਰੈਸਟ ਕਰਨ ਵਾਸਤੇ ਇਹਨਾਂ 7-8 ਦਿਨ ਦਾ ਸਮਾਂ ਮੰਗਿਆ, ਕਿਉਂਕਿ ਇਹਨਾਂ ਨੂੰ ਇਹ ਪਤਾ ਹੈ ਪਿਓ ਦਾ ਪਿਓ ਜਿਹੜਾ ਹੈ ਉਹ ਸੈਂਟਰ ਦਾ ਹੋਮ ਮਿਨਿਸਟਰ ਹੈ, ਭਾਵੇਂ ਡਿਪਟੀ ਹੋਮ ਮਿਨਿਸਟਰ ਹੈ। ਉਹ ਇੱਥੇ ਜਿਹੜਾ ਇਹਨਾਂ ਦੇ ਨਾਲ ਪਰਸੋਂ ਜਦੋਂ ਕਾਲੇ ਝੰਡੇ ਵਿਖਾਏ ਜਿਹੜਾ ਆਇਆ ਸੀ, ਉਹ ਇੱਥੋਂ ਦਾ ਡਿਪਟੀ CM ਹੈ ਯੂਪੀ ਦਾ। ਏਡੀਆਂ ਵੱਡੀਆਂ ਪਾਵਰਾਂ ਨਾਲ ਲੜਾਈ ਲੜਨੀ ਕੋਈ ਸੌਖੀ ਗੱਲ ਨਹੀਂ ਗਈ, ਲੇਕਿਨ ਫਿਰ ਵੀ ਕਿਸਾਨ ਮੋਰਚੇ ਦੀ ਸ਼ਾਬਾਸ਼ ਹੈ ਜਿਨ੍ਹਾਂ ਸਾਰਿਆਂ ਇਕੱਠੇ ਹੋ ਕੇ ਹਜ਼ਾਰਾਂ ਹਿਸਾਬ ਨਾਲ ਇਕੱਠ ਕਰਕੇ ਤੇ ਇਹਨਾਂ ਨੂੰ ਈਨ ਮਨਵਾਈ। ਤੇ ਅੱਜ ਜਿਹੜਾ ਫੈਸਲਾ ਹੋਇਆ ਉਹਦੇ ਵਿੱਚ ਜਿਹੜੇ ਮ੍ਰਿਤਕ ਨੇ ਸਾਡੇ ਉਹਨਾਂ ਨੂੰ 45 ਲੱਖ ਰੁਪਈਆ ਹਰ ਬੰਦੇ ਨੂੰ, ਔਰ ਹਰ ਪਰ ਜਿਹੜੀਆਂ ਮੌਤਾਂ ਹੋਈਆਂ ਨੇ, ਜਿਹੜੇ ਕਤਲ ਕੀਤੇ ਨੇ, ਉਹਨਾਂ ਹਰ ਇੱਕ ਪ੍ਰਾਣੀ ਨੂੰ 45 ਲੱਖ ਰੁਪਈਆ, ਔਰ ਇੱਕ ਸਰਕਾਰੀ ਨੌਕਰੀ ਇੱਕ ਜੀ ਨੂੰ ਜਿੰਨੇ ਜੀ ਖਤਮ ਹੋਏ ਨੇ। ਔਰ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ 10-10 ਲੱਖ ਰੁਪਈਆ, ਔਰ ਇੱਕ ਹਾਈ ਕੋਰਟ ਦੇ ਸੀਨੀਅਰ ਜੱਜ ਦੀ ਕਮਾਂਡ ਦੇ ਥੱਲੇ ਕਮੇਟੀ ਬਣਾ ਕੇ ਤੇ ਪੂਰੇ ਪ੍ਰਕਰਨ ਦੀ ਜਿਹੜੀ ਹੈ ਉਹ ਜਾਂਚ ਕਰੇਗੀ। ਉਹ ਕਮੇਟੀ ਉਹਦੀ ਫਿਰ ਰਿਪੋਰਟ ਦੇਗੀ। ਹੁਣ ਅੱਗੋਂ ਜਿਹੜਾ ਹੈ ਇਸ ਮਾਮਲੇ ਨੂੰ ਵੇਖਦੇ ਆ ਵੀ ਜਿਹੜਾ ਅਰੈਸਟਿੰਗ ਹੈ ਉਹ ਸਾਡਾ ਇਹ ਸਾਰੇ ਦਾ ਸਾਰਾ ਪਰਿਵਾਰ ਜਿਹੜਾ ਪ੍ਰਸ਼ਾਸਨ ਦਾ ਆਇਆ ਸੀ, ਉਹਨਾਂ ਸਾਡੇ ਤੋਂ 7 ਦਿਨ ਦਾ ਸਮਾਂ ਲਿਆ ਹੈ ਵੀ 7ਵੇਂ 8ਵੇਂ 10ਵੇਂ ਦਿਨ ਤੁਹਾਡਾ ਭੋਗ ਪੈਣਾ ਹੈ। ਉਸ ਤੋਂ ਪਹਿਲਾਂ ਅਸੀਂ ਇਹਨੂੰ ਅਰੈਸਟ ਕਰ ਲਾਂਗੇ, ਕਿਉਂ ਇਹ ਬੜਾ ਸੋਰਸੇਬਲ ਹੈ। ਸਾਨੂੰ ਪਤਾ ਹੈ ਵੀ ਇਹ ਝੜਚਣਾ ਬੜੀਆਂ ਹੋਣੀਆਂ ਨੇ, ਪਰ ਅਸੀਂ ਵੀ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਵੀ ਸਾਨੂੰ ਯੋਗੀ ਜੀ ਦਾ ਤੋਂ ਹੁਕਮ ਆ ਵੀ ਇਹ ਬੰਦਾ ਭਾਵੇਂ ਜ਼ਮੀਨ 'ਚ ਚਲ ਜਾ ਤੇ ਭਾਵੇਂ ਆਕਾਸ਼ 'ਤੇ ਚਲ ਜਾ, ਇਸ ਬੰਦੇ ਨੂੰ ਤੁਸੀਂ ਹਰ ਹਾਲਤ 'ਚ ਫੜ ਕੇ ਤੇ ਅੰਦਰ ਕਰਨਾ ਹੈ। ਸਾਨੂੰ ਉਮੀਦ ਹੈ ਪ੍ਰਸ਼ਾਸਨ ਤੇ, ਕਿਉਂ ਇਸ IG ਸਾਹਿਬ ਨਾਲ ਮੇਰੇ ਬੜੇ ਪੁਰਾਣੇ ਲਿੰਕ ਨੇ। ਇਹਨਾਂ ਜਿਹੜਾ ਵਾਅਦਾ ਵੀ ਕੀਤਾ ਹੈ ਉਹਨੂੰ ਹਮੇਸ਼ਾ ਪੂਰਾ ਕੀਤਾ ਹੈ। ਪਰ ਜਥੇਦਾਰ ਜੀ, ਗੱਲ ਇਹ ਆ ਕਿ ਤੁਸੀਂ ਸਾਡੀ ਜਿਹੜੀ ਕੌਮ ਆ, ਸਾਡਾ ਜਿਹੜਾ ਧਰਮ ਆ, ਪਹਿਲੀ ਗੱਲ ਆਪਾਂ ਕਰੀਏ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਅਸੀਂ ਵਿਸ਼ਵਾਸ ਰੱਖਦੇ ਹਾਂ। ਅਸੀਂ ਅੱਜ ਨਹੀਂ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੀ ਸਾਡੀ ਵਿਸ਼ਵਾਸ ਦੀ ਚੱਲਦੀ ਆਉਂਦੀ ਆ, ਪਰ ਸਾਡੇ ਨਾਲ ਹਰ ਵਾਰੀ ਕਿਤੇ ਨਾ ਕਿਤੇ ਵਿਸ਼ਵਾਸਘਾਤ ਹੁੰਦੇ ਰਹੇ ਨੇ। ਫਿਰ ਵੀ ਸਾਡੀਆਂ ਸ਼ੁਭ ਇੱਛਾਵਾਂ ਇਸ ਗੱਲ ਲਈ ਨੇ ਕਿ ਇਹ ਜਿਹੜੀ ਸਾਰੀ ਗੱਲ ਆ ਇਹ ਸਿਰੇ ਸਹੀ ਤਰੀਕੇ ਨਾਲ ਚੜ੍ਹੇ। ਪਰ ਫਿਰ ਵੀ ਇਹ ਸਾਰੀ ਗੱਲ ਵਰਬਲੀ ਆ ਜਾਂ ਕੁਝ ਲਿਖਤੀ ਆ ਜੀ? ਨਹੀਂ ਜੀ, ਇਹ ਸਾਰਾ ਕੁਝ ਜਿਹੜਾ ਹੈ ਉਹ ਸਾਡੇ ਨਾਲ ਲਿਖਤੀ ਹੈ। ਔਰ ਇਹਨਾਂ ਸਾਰਿਆਂ ਦੀ ਜਿਹੜੀ ਲਾਈਵ ਪ੍ਰੈਸ ਕਾਨਫਰੰਸ ਕਰਾ ਕੇ ਉਹਨਾਂ ਨੇ ਪੂਰੇ ਦਾ ਪੂਰਾ ਇਹ ਤੁਹਾਡੀ ਕਾਨਫਰੰਸ ਦੇ ਵਿੱਚ ਵੀ ਕਿਹਾ, 2 ਚੀਜ਼ਾਂ ਉੱਚ ਸਾਇਲੈਂਟ ਸੀ, ਲੇਕਿਨ ਬਾਕੀ ਹਰ ਚੀਜ਼ ਉਹਨਾਂ ਜਿਹੜਾ ਮੁਆਵਜ਼ਾ ਦੇਣਾ ਹੈ, ਜਿਹੜਾ ਅਰੈਸਟਿੰਗ ਵਾਸਤੇ ਉਹਨਾਂ ਕਿਹਾ ਬੜੀ ਜਲਦੀ ਅਰੈਸਟਿੰਗ ਹੋਏਗੀ, ਲੇਕਿਨ ਸਾਡੇ ਨਾਲ ਉਹਨਾਂ ਦਾ 7 ਦਿਨ ਦਾ ਵਾਅਦਾ ਹੈ। ਤੇ ਇਸ ਕਰਕੇ ਸਾਨੂੰ ਪੂਰੀ ਉਮੀਦ ਹੈ ਵੀ ਇਹ ਆਪਣੇ ਵਾਅਦੇ ਤੇ ਜ਼ਰੂਰ ਪੂਰੇ ਉਤਰਨਗੇ। ਤੇ ਨਹੀਂ ਤੇ ਸਾਡੇ ਕੋਲ ਅਸੀਂ ਕਿਹੜਾ ਵੀ ਕਿਤੋਂ ਲੈਣ ਜਾਣਾ, ਸੰਗਤ ਸਾਡੀ ਫਿਰ ਹੈਗੀ ਹੈ। ਕੱਲ ਨੂੰ ਜੇ ਸਾਨੂੰ ਲੋੜ ਪੈ ਗਈ ਅਸੀਂ ਦਿੱਲੀ ਵੀ ਜਾਣਾ, ਸਾਨੂੰ ਇੱਥੇ ਲੋਕਲ ਬਹੁਤ ਨੇੜੇ ਵੇ, ਕੱਲ ਨੂੰ ਫਿਰ ਇਸੇ ਤਰ੍ਹਾਂ ਦੁਬਾਰੇ ਆ ਕੇ ਇਹਨਾਂ ਦੇ ਬੂਹੇ ਤੇ ਬਹਿ ਜਾਾਂਗੇ ਤੇ ਇਹ ਕੰਮ ਤੇ ਆਪਾਂ ਕਰਾ ਕੇ ਰਵਾਂਗੇ। ਜਿਵੇਂ ਪ੍ਰਧਾਨ ਸਾਹਿਬ ਉਸ ਬੰਦੇ ਦੀ ਛਵੀ ਆ ਇਸ ਏਰੀਏ ਦੇ ਵਿੱਚ,
ਜਿਹੜੇ ਇਹ ਬੱਚੇ ਨੇ ਸ਼ਾਇਦ ਉਹਨੂੰ ਨਾ ਜਾਣਦੇ ਹੋਣ, ਤੇ ਆਪਾਂ ਲਗਭਗ ਇੱਥੇ ਉਹਨੂੰ ਜਾਣਦੇ ਸੀ ਕਿ ਉਹਦੀ ਛਵੀ ਬਹੁਤ ਜਿੱਦਾਂ ਹੁਣ ਅੱਜ ਇੰਨੀ ਸੰਗਤ ਇਕੱਠੀ ਹੋਈ ਹੈ ਜਾਂ ਪ੍ਰਮਾਤਮਾ ਦੀ ਕਿਰਪਾ ਨਾਲ ਏਕ ਇਤਫਾਕ ਦੇ ਨਾਲ ਆਪਾਂ ਇਹ ਜਿੱਤ ਹਾਸਲ ਕੀਤੀ ਆ। ਇਹ ਬੜੀ ਵੱਡੀ ਜਿੱਤ ਆ। ਇਹ ਇੰਨੀ ਛੇਤੀ ਇਹ ਤੁਹਾਡੀ ਜਿਹੜੀ ਏਕਾ ਤੇ ਤਾਕਤ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਇਹ ਸਾਰਾ ਕੁਝ ਨੇਪਰੇ ਚੜ ਗਿਆ। ਪਰ ਇਹਦੀ ਕੋਈ ਐਵੇਂ ਦੀ ਆਪਾਂ ਕੋਈ ਡਿਮਾਂਡ ਕਰਾਂਗੇ ਵੀ ਇਸ ਬੰਦੇ ਦਾ ਅਸਤੀਫਾ ਲਿਆ ਜਾਏ ਜਾਂ ਇਹਨੂੰ ਉਸ ਸੰਸਦ ਤੋਂ ਬਾਹਰ ਕੱਢਣ, ਕਿਉਂਕਿ ਇੱਕ ਇੰਨਾ ਜ਼ਿੰਮੇਵਾਰ ਇਨਸਾਨ ਜਿਹਨੂੰ ਲੱਖਾਂ ਲੋਕਾਂ ਨੇ ਵੋਟਾਂ ਪਾ ਕੇ ਸੰਸਦ 'ਚ ਭੇਜਿਆ, ਤਾਂ ਉਹ ਦੋਨੋਂ ਪਿਓ ਪੁੱਤਰ ਆਉਂਦੇ ਨੇ ਤਾਂ ਉਹਦਾ ਬੱਚਾ ਜਿਹੜਾ ਆ ਉਹ ਜੀਪ ਚੜਾ ਦਿੰਦਾ ਆ ਉੱਤੇ ਆ ਕੇ, ਤੇ ਜਿਹੜਾ ਉਹਦਾ ਏਰੀਆ ਦਾ ਕਰੈਕਟਰ ਆ ਸਾਰਾ, ਉਹ ਤੋਂ ਵੀ ਸਾਰੀ ਸੰਗਤ ਵਾਕਫ ਆ ਕਿ ਐਦਾਂ ਦੀ ਕੋਈ ਗੱਲ ਆਪਾਂ ਕਰ ਸਕਾਂਗੇ ਵੀ ਉਹ ਸਾਈਨ ਕਰਾ ਕੇ ਜਾਂ ਜਿੰਨਾ ਵੀ ਕੋਈ ਉਹ ਹੋ ਸਕੇ ਕਿ ਉਸ ਬੰਦਾ ਜਿਹੜਾ ਇਸ ਘੱਟੋ ਘੱਟ ਲਖੀਮਪੁਰ ਤੋਂ ਸੰਸਦ ਨਾ ਬਣੇ, ਕਿਉਂਕਿ ਉਹਦੇ ਤੁਹਾਡੇ ਸਾਰਾ ਜਿੰਨਾ ਏਰੀਆ ਆ ਉਹ ਬੱਚੇ ਨੂੰ ਪਤਾ ਕਿ ਉਹਦਾ ਕਰੈਕਟਰ ਕਿਵੇਂ ਦਾ ਰਿਹਾ ਹੈ। ਤੇ ਲਗਭਗ ਆ ਜਿਹੜੀ ਬੈਲਟ ਆ ਇੱਥੇ ਸਿੱਖਾਂ ਦੀ ਬਹੁਤ ਜ਼ਿਆਦਾ ਗਿਣਤੀ ਆ, ਤੇ ਸਿੱਖਾਂ ਨੇ ਵੀ ਵੋਟਾਂ ਪਾਈਆਂ ਹੋਣਗੀਆਂ, ਨੈਚੁਰਲੀ ਇਹ ਗੱਲ ਤਾਂ ਹੈਗੀ ਆ, ਤੇ ਅਸੀਂ ਵੋਟਾਂ ਪਾ ਕੇ ਉਹਨੂੰ ਉਸ ਲੈਵਲ ਤੱਕ ਲੈ ਕੇ ਗਏ, ਤੇ ਅੱਜ ਉਹਦੇ ਹੀ ਬੱਚੇ ਨੇ ਸਾਡੇ ਜਿਹੜੇ ਨੇ ਬੱਚੇ ਉਹ, ਤੇ ਜੋ ਵੀ ਹੋਇਆ ਆ ਆਪਾਂ ਉਸ ਗੱਲ ਨੂੰ ਹੁਣ ਜ਼ਿਆਦਾ ਖਿੱਚਾਂਗੇ ਨਹੀਂ ਕਿਉਂਕਿ ਉਹ ਗੱਲ ਨਿਬੜ ਚੁੱਕੀ ਆ। ਤਾਂ ਇੱਕ ਤੁਹਾਡੇ ਚਰਨਾਂ 'ਚ ਬੇਨਤੀ ਕਰਾਂਗੇ ਕਿ ਪੰਜਾਬ ਤੋਂ ਜਦੋਂ ਇਹ ਘਟਨਾ ਵਾਪਰੀ ਆ ਤੇ ਪੰਜਾਬ ਤੋਂ ਸੈਂਕੜੇ ਨਹੀਂ ਹਜ਼ਾਰਾਂ ਲੋਕਾਂ ਨੇ ਵਹੀਰਾਂ ਘੱਤੀਆਂ ਨੇ, ਕੋਈ ਬਾਗਪਤ ਪਹੁੰਚ ਗਿਆ, ਕੋਈ ਹਰਿਦੁਆਰ ਪਹੁੰਚ ਗਿਆ, ਕੋਈ ਸਹਾਰਨਪੁਰ ਪਹੁੰਚ ਗਿਆ, ਤੇ ਕਈਆਂ ਨੂੰ ਪੀਲੀਭੀਤ ਟੱਪਣ ਨਹੀਂ ਦਿੱਤਾ ਗਿਆ। ਉਹ ਪੀਲੀਭੀਤ ਹੀ ਦਰੀਆਂ ਵਿਛਾ ਕੇ ਬਹਿ ਗਏ ਨੇ। ਅੱਜ 11:30 ਵਜੇ ਤੱਕ ਦੀ ਇਹ ਰਿਪੋਰਟ ਸੀਗੀ, ਤੇ ਮੈਂ ਚਾਹੁੰਦਾ ਕਿ ਤੁਸੀਂ ਸਾਰੀ ਸੰਗਤ ਨੂੰ ਇਹ ਅਪੀਲ ਜ਼ਰੂਰ ਕਰੋ ਕਿ ਉਹ ਜਿੱਥੇ ਵੀ ਹੈਗੇ ਨੇ ਜਾਂ ਜਿਵੇਂ ਵੀ ਕਿਸੇ ਨੇੜੇ ਦੇ ਗੁਰਦੁਆਰਾ ਸਾਹਿਬ ਜਿੱਥੇ ਵੀ ਕਿਤੇ ਉਹ ਟਿਕਾਣਾ ਕਰਨ ਤੇ ਸਹੀ ਤਰੀਕੇ ਨਾਲ ਉਹ ਵਾਪਸ ਜਾਣ ਵੀ ਇਹ ਮਸਲਾ ਜਿਹੜਾ ਹੁਣ ਨਿਬੜ ਗਿਆ। ਔਰ 1% ਆਪਾਂ ਮਾਈਨਸ ਪੁਆਇੰਟ ਇਹ ਗੱਲ ਸੋਚਦੇ ਹਾਂ ਕਿਉਂਕਿ ਸਾਡੇ ਨਾਲ ਧੱਕੇ ਹੋਏ ਬਹੁਤ ਨੇ, ਧੋਖੇ ਹੋਏ ਬਹੁਤ ਨੇ ਸਾਡੇ ਨਾਲ। ਤਾਂ ਜੇ 1% ਵੀ ਇੱਦਾਂ ਦੀ ਕੋਈ ਗੱਲ ਹੁੰਦੀ ਆ ਤਾਂ ਇਹਦੇ ਲਈ ਜਿਹੜੀ ਵੀਡੀਓਗ੍ਰਾਫੀ ਕੀਤੀ ਗਈ ਆ ਜਾਂ ਜਿਹੜੇ ਸੱਜਣ ਇਹਦੇ ਵਿੱਚ ਬੈਠੇ ਸੀਗੇ ਉਹ ਇੱਕਮਤ ਹੋ ਕੇ ਉਹਨਾਂ ਨੂੰ ਟਾਈਮ ਦਿੱਤਾ ਗਿਆ ਵੀ ਜੇ ਇੰਨੀ ਡੇਟ ਤੱਕ ਇਹ ਸਾਰੀ ਗੱਲ ਨਹੀਂ ਹੁੰਦੀ ਤਾਂ ਅਸੀਂ ਅਗਲਾ ਸੰਘਰਸ਼ ਜਿਹੜਾ ਆ ਉਹ ਉਲੀਕਾਂਗੇ। ਇਹ ਉਹਨਾਂ ਨੂੰ ਕਲੀਅਰ ਤੌਰ ਤੇ ਕਿਹਾ ਗਿਆ ਹੈ ਵੀ ਜਿੱਦਣ ਇਹ ਭੋਗ ਇੱਥੇ ਬੱਚਿਆਂ ਦਾ ਹੈਗਾ, ਜਿਹੜਾ ਦਿਨ ਵੀ ਭੋਗ ਦਾ ਹੋਇਆ ਸਭ ਨੂੰ ਇੱਥੇ ਪਤਾ ਹੋਣਾ ਹੈ ਜੀ। ਉਸ ਭੋਗ ਦੇ ਉੱਤੇ ਅਸੀਂ ਹਾਲੀ ਤੇ ਗਿਣਤੀ ਆਈ ਸਾਡੀ ਘੱਟ ਸੀ, ਉਸ ਭੋਗ ਦੇ ਉੱਤੇ ਸਾਡੀ ਗਿਣਤੀ ਜਿਹੜੀ ਹੈ ਲੱਖਾਂ 'ਚ ਹੋਏਗੀ। ਉਸ ਦਿਨ ਫਿਰ ਤੁਹਾਨੂੰ ਇਹ ਸੋਚਣਾ ਪਏਗਾ ਵੀ ਜੇ ਉਹਨੇ ਦਿਨਾਂ ਤੱਕ ਤੁਸੀਂ ਅਰੈਸਟਿੰਗ ਨਾ ਕੀਤੀ ਤੇ ਫਿਰ ਤੁਹਾਡਾ ਕੀ ਹਾਲ ਹੋਏਗਾ। ਅੱਜ ਤੇ ਅਸੀਂ ਖਾਲੀ 20-25 ਹਜ਼ਾਰ ਸੀ, ਤੇ ਉਦੋਂ ਜੇ ਲੱਖਾਂ ਹਿਸਾਬ ਨਾਲ ਹੋਏ ਤੇ ਫਿਰ ਅਸੀਂ ਤੁਹਾਡੇ ਨਾਲ ਕੀ ਕਰ ਸਕਦੇ ਹਾਂ। ਤੇ ਇਸ ਕਰਕੇ ਸਾਨੂੰ ਉਮੀਦ ਹੈ ਵੀ ਸਾਡਾ ਇਕੱਠ ਵੀ ਹੋਏਗਾ, ਉਸ ਤੋਂ ਪਹਿਲਾਂ ਸਾਡਾ ਕੰਮ ਹੀ ਜ਼ਰੂਰ ਕਰਨਗੇ। ਦੂਸਰੀ ਚੀਜ਼, ਮੈਂ ਆਪਣੀ ਕੌਮ ਦੇ ਬਲਿਹਾਰੇ ਜਾਂਦਾ ਵਾਂ ਵੀ ਜਿਹੜੀ ਅੱਜ ਕੌਮ ਜਿਹੜੀ ਕੌਮ ਨੂੰ ਸਾਡੀ ਨੂੰ ਜੰਗਾਲ ਲੱਗ ਗਿਆ ਸੀ ਨਾ, ਇਹ ਸਾਡੇ ਕਿਸਾਨੀ ਮੋਰਚੇ ਨੇ ਸਾਡਾ ਉਹ ਜੰਗ ਲਾ ਕੇ ਤੇ ਸਾਡੀ ਫਿਰ ਧਾਰ ਉਸੇ ਤਰ੍ਹਾਂ ਤਿੱਖੀ ਕਰਤੀ ਹੈ ਜਿਹੜੀ ਬੰਦੇ ਬਹਾਦਰ ਦੇ ਟਾਈਮ ਤੇ ਸੀ। ਅੱਜ ਫਿਰ ਅਸੀਂ ਉਸੇ ਪੁਆਰ ਤੇ ਜਾ ਕੇ ਖੜੇ ਹੋ ਗਏ ਹਾਂ ਜਿੱਥੇ ਕਦੀ ਹੁੰਦੇ ਜਿਹੜੀਆਂ ਵੱਡੇ ਵਡੇਰਿਆਂ ਦੀਆਂ ਗੱਲਾਂ ਕਰਦੇ ਹਾਂ। ਤੇ ਅੱਜ ਸਾਰੇ ਬੰਦੇ ਜਿਹੜੇ ਨੇ ਉਹ ਮੂੰਹ ਚੁੰਗੜਾ ਪਾ ਵਹਿੰਦੇ ਨੇ ਵੀ ਜਿੱਦਣ ਅਸੀਂ 26 ਨਵੰਬਰ ਵਾਲੇ ਦਿਨ ਪੰਜਾਬ ਬਾਰਡਰ ਤੋਂ ਚੱਲ ਕੇ ਦਿੱਲੀ ਆਏ ਸਾਂ ਤੇ ਜਿਸ ਘਾਲਣਾ ਦੇ ਨਾਲ ਤੇ ਜਿਵੇਂ ਜੋਸ਼ ਦੇ ਨਾਲ ਸਾਡੇ ਜਿਹੜੇ ਬੱਚੇ ਨੇ ਉਹ ਦਿੱਲੀ ਪਹੁੰਚੇ ਸਨ, ਉਸ ਤੋਂ ਬਾਅਦ ਇੱਕ ਨਵਾਂ ਜੋਸ਼ ਤੇ ਨਵਾਂ ਬੱਚਿਆਂ ਦੇ ਵਿੱਚ ਇੱਕ ਜਿਹੜਾ ਇਹਨਾਂ ਨਵਾਂ ਚਾਅ ਜਾਗਿਆ ਹੈ ਤੇ ਹੁਣ ਉਹ ਜਿਹੜੇ ਪੁਰਾਣਾ ਜੰਗ ਸੀ ਉਹ ਸਾਰਾ ਲੈ ਗਿਆ। ਹੁਣ ਇਹ ਕਿਰਪਾਨ ਫਿਰ ਨਵੇਂ ਸਿਰੇ ਤੋਂ ਉਸੇ ਤਰ੍ਹਾਂ ਧਾਰਦਾਰ ਹੋ ਗਈ ਹੈ ਤੇ ਹੁਣ ਸਾਨੂੰ ਪਤਾ ਹੈ ਵੀ ਅਸੀਂ ਆਪਣੇ ਹੱਕ ਲੈਣੇ ਜਾਣਦੇ ਹਾਂ, ਵਿੱਚੋਂ ਥੋੜੇ ਸੁਸਤ ਹੋ ਗਏ ਹਾਂ। ਹੁਣ ਅਸੀਂ ਆਪਣੇ ਹੱਕ ਲੈਣ ਲਈ ਜਾਗ ਪਏ ਹਾਂ ਤੇ ਹੱਕ ਲੈ ਕੇ ਰਵਾਂਗੇ ਭਾਵੇਂ ਕਿਸੇ ਤਰ੍ਹਾਂ ਦਾ ਵੀ ਹੋਵੇ। ਜਥੇਦਾਰ ਜੀ ਨੇ ਕਿਹਾ ਕਿ ਸਿੱਖ ਕੌਮ ਨੂੰ, ਸਾਡੇ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਸਾਡੀ ਸੋਚ ਜਿਹੜੀ ਆ ਉਹਨੂੰ ਜੰਗਾਲ ਲੱਗ ਗਿਆ ਸੀ। ਕਿਸਾਨੀ ਸੰਘਰਸ਼ ਨੇ ਐਡਾ ਵੱਡਾ ਹੱਲਾ ਮਾਰਿਆ ਕਿ ਉਹ ਜੰਗਾਲ ਲੈ ਚੁੱਕਾ। ਤੇਗ ਦੀ ਧਾਰ ਜਿਹੜੀ ਆ ਉਹ ਤਿੱਖੀ ਹੋ ਗਈ ਆ ਤੇ ਖਾਲਸਾ ਪੰਥ ਜਿਹੜਾ ਆ ਉਹ ਜਾਗ ਚੁੱਕਾ ਆ। ਹੁਣ ਇਹ ਪਹਿਲਾਂ ਵਾਲੇ ਹਾਲਾਤ ਨਹੀਂ ਕਿ ਤੁਸੀਂ ਸਾਨੂੰ ਮਾਰੋ, ਲੁੱਟੋ, ਕੁੱਟੋ ਤੇ ਤੁਹਾਡੇ ਵੱਲ ਵੇਖਿਆ ਵੀ ਨਾ ਜਾਏ। ਇਹ ਜਿਹੜੀ ਘਟਨਾਵਾਂ ਪਹਿਲਾਂ ਵੀ ਹੋਈਆਂ ਨੇ, ਨਵਰੀਤ ਸਿੰਘ ਦੀ ਸ਼ਹਾਦਤ ਹੁੰਦੀ ਆ। ਮੈਂ ਇੱਥੇ ਗੱਲ ਸਾਰੀ ਦੁਨੀਆ ਨੂੰ ਦੱਸਣਾ ਚਾਹਾਂਗਾ ਕਿ ਕਿਸਾਨੀ ਸੰਘਰਸ਼ ਦੇ ਵਿੱਚ, ਸਾਮੀ ਲੜਾਈ ਦੇ ਵਿੱਚ ਜਿਹੜੇ ਬੰਦੇ ਸ਼ਹੀਦ ਹੋਏ ਨੇ ਉਹ ਸਾਰੇ ਲਗਭਗ ਯੂਪੀ ਦੇ ਤੇ ਇੱਕ ਬੰਦਾ ਹਰਿਆਣੇ ਦਾ ਸੀ।
ਉਸ ਤਰ੍ਹਾਂ ਸਾਡੀਆਂ ਜਿਹੜੀਆਂ ਕੁਰਬਾਨੀਆਂ ਨੇ ਉਹ 700 ਦੇ ਕਰੀਬ ਸਾਡੇ ਜਿਹੜੇ ਬੰਦੇ ਨੇ ਉਹਨਾਂ ਨੇ ਨਿਸ਼ਾਵਰ ਕਰਤੀਆਂ ਆਪਣੀਆਂ ਜਾਨਾਂ, ਤੇ ਕੁਰਬਾਨੀ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ। ਪਰ ਸਾਵੀਂ ਜੰਗ ਦੇ ਵਿੱਚ ਜਿਹੜੀ ਸ਼ਹੀਦੀ ਹੋਈ ਆ, ਲੜ ਕੇ ਜਿੱਥੇ ਇਹ ਗੱਲ ਹੋਈ ਆ, ਉਹਦੇ ਵਿੱਚੋਂ ਤੁਰਾਈ ਦੇ ਸਿੱਖਾਂ ਦੇ ਵਿੱਚ ਯੂਪੀ ਦੇ ਜਿੰਨਾ ਵੀ ਏਰੀਆ ਉਹਦੇ ਵਿੱਚੋਂ ਜੇ ਆਪਾਂ ਪਰਸੈਂਟੇਜ ਕਰੀਏ ਤਾਂ ਤੁਸੀਂ 99.9 ਤੇ ਬੈਠੇ ਹੋ ਅੱਜ। ਤੇ ਇਸ ਗੱਲ ਦੀ ਸਾਨੂੰ ਖੁਸ਼ੀ ਆ ਕਿ ਪੰਜਾਬ ਤੋਂ ਬਾਹਰ ਆ ਕੇ ਵੀ ਤੁਸੀਂ ਜਿਵੇਂ ਬਾਜਾਂ ਵਾਲੇ ਦੇ ਹੁਕਮਾਂ ਨੂੰ ਸਾਂਭ ਕੇ ਰੱਖਿਆ ਤੇ ਜਿਵੇਂ ਏਕੇ ਤੇ ਇਤਫਾਕ ਦਾ ਸਬੂਤ ਦਿੱਤਾ, ਸਾਨੂੰ ਤੁਹਾਡੇ ਸਾਰੀ ਉਤਰਾਈ ਜਾਂ ਦੁਨੀਆ ਤੇ ਜਿੱਥੇ ਸਿੱਖ ਬੈਠੇ ਨੇ ਬਹੁਤ ਜ਼ਿਆਦੀਆਂ ਉਮੀਦਾਂ ਨੇ। ਅਸੀਂ ਚਾਹਾਂਗੇ ਕਿ ਪ੍ਰਮਾਤਮਾ ਕਰੇ ਕਿ ਅਗਲੀ ਜਿਹੜੀ ਜੰਗ ਆ ਸਾਡੀ, ਜਿਹੜਾ ਦਿੱਲੀ ਬੈਠੇ ਹੋਏ ਆ, ਉਹ ਵੀ ਏਕੇ ਤੇ ਇਤਫਾਕ ਦੇ ਨਾਲ ਅਸੀਂ ਜਲਦੀ ਜਿੱਤੀਏ ਜੀ। ਅੱਜ ਵੇਖੋ ਜੀ, ਸਭ ਤੋਂ ਪਹਿਲਾਂ ਤੇ ਜਿਹੜੀ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਪੋ ਸਾਡੀ ਗੁਰਬਾਣੀ ਸਾਨੂੰ ਕਹਿੰਦੀ ਆ ਜੀ। ਅਸੀਂ ਬੜੇ ਧੰਨਵਾਦੀ ਹਾਂ ਆਪਣੇ ਪੰਜਾਬ ਵਾਲੇ ਵੀਰਾਂ ਦੇ ਜਿਨ੍ਹਾਂ ਨੇ ਜੰਗ ਸ਼ੁਰੂ ਕੀਤੀ ਤੇ ਉਸ ਤੋਂ ਜ਼ਿਆਦਾ ਧੰਨਵਾਦੀ ਹਾਂ ਜਿਹੜਾ ਸਾਡਾ ਹਰਿਆਣੇ ਨੇ ਸਾਥ ਦਿੱਤਾ ਜੀ। ਤੇ ਉਸ ਤੋਂ ਬਾਅਦ ਸਾਨੂੰ ਇਹਨਾਂ ਨੇ ਜਗਾ ਕੇ ਤੇ ਨਾਲ ਆਪਣੇ ਜੋੜਿਆ, ਭਾਵੇਂ ਅਸੀਂ ਯੂਪੀ 'ਚ ਬੈਠੇ ਹਾਂ, ਭਾਵੇਂ ਉੱਤਰਾਖੰਡ 'ਚ, ਭਾਵੇਂ ਰਾਜਸਥਾਨ ਤੇ ਭਾਵੇਂ ਮੱਧ ਪ੍ਰਦੇਸ਼। ਹੁਣ ਇਹ 'ਚ ਸ਼ਹਾਦਤਾਂ ਜੇ ਅਸੀਂ ਅੱਡੋ ਅੱਡ ਗਿਣ ਲੱਗੀਏ ਤੇ ਫਿਰ ਸਾਡੇ ਕਿਸਾਨੀ ਮੋਰਚਾ ਇੱਕ ਨਹੀਂ ਰਹੇਗਾ। ਸ਼ਹਾਦਤਾਂ ਸਾਡੀਆਂ ਸਾਂਝੀਆਂ ਨੇ। ਨਹੀਂ, ਮੇਰਾ ਇਹ ਕਹਿਣ ਦਾ ਮਤਲਬ ਨਹੀਂ ਹੈਗਾ। ਜਦੋਂ ਵੀ ਗੁਰੂ ਸਾਹਿਬ ਦਾ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ ਮਹਾਰਾਜ ਨੇ ਸਮੇਂ-ਸਮੇਂ ਨਾਲ ਮੇਰੇ 30,000 ਮੇਰੇ 20,000 ਮੇਰੇ 10,000 ਇਹ ਖਿਤਾਬ ਖਾਲਸੇ ਨੂੰ ਦਿੱਤੇ ਨੇ, ਤਾਂ ਉਹਦੇ 'ਚ ਵੰਡੀ ਦੀ ਗੱਲ ਨਹੀਂ ਕਰਦੇ। ਆਪਾਂ ਗੱਲ ਇਹ ਕਰਦੇ ਹਾਂ ਕਿ ਜਿਹੜਾ ਸੈਂਟਰ ਦੇ ਵਿੱਚ ਜਿਹੜੀ ਸਾਡੀ ਗੱਲਬਾਤ ਸੀ, ਜਾਂ ਸਾਡੇ ਪੰਜਾਬ ਦੀ, ਹਰਿਆਣੇ ਦੀ, ਜਾਂ ਜਿੱਥੇ ਸਾਡੇ ਸਿੱਖ ਨੌਜਵਾਨ ਸੀਗੇ, ਉਹਨਾਂ ਨੂੰ ਇੱਕ ਬੜੀ ਵੱਡੀ ਸਾਜ਼ਿਸ਼ ਦੇ ਅਧੀਨ ਹਰ ਰੋਜ਼ 1% ਗੱਲ ਹੈਗੀ ਵੀ ਆ, ਪਰ 99.9 ਉੜਤਾ ਪੰਜਾਬ ਵਰਗੀਆਂ ਫਿਲਮਾਂ ਬਣੀਆਂ ਤੇ ਸਾਡੇ ਨੌਜਵਾਨਾਂ ਨੂੰ ਉਹਨਾਂ ਨੇ ਨਸ਼ੇੜੀ ਤੇ ਚੋਰ ਤੇ ਹੋਰ ਕਈ ਤਰ੍ਹਾਂ ਦੇ ਲਕਬਾਂ ਨਾਲ ਸੰਬੋਧਿਤ ਕੀਤਾ। ਪਰ ਉਹਨਾਂ ਨੌਜਵਾਨਾਂ ਨੇ, ਅਸੀਂ ਤੁਹਾਡੇ ਸਾਰੇ ਜਿਹੜੇ ਬਜ਼ੁਰਗੋਂ ਜਾਂ ਜਿੰਨੀਆਂ ਸਾਡੀਆਂ ਮਾਤਾਵਾਂ ਨੇ, ਉਹਨਾਂ ਸਾਰਿਆਂ ਦਾ ਇਸ ਗੱਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਕਿਵੇਂ ਉਸ ਜੋਸ਼, ਉਸ ਹੋਸ਼ ਤੇ ਉਸ ਗੁਰਬਾਣੀ ਨੂੰ ਤੇ ਉਸ ਗੁਰੂ ਦੇ ਸਿਧਾਂਤ ਦੇ ਅਨੁਸਾਰ ਜਿਹੜੀ ਪੰਜਾਬ ਤੋਂ ਬਾਹਰ ਆ ਕੇ ਜ਼ਿੰਦਗੀ ਵੀ ਜਿਉ ਰਹੇ ਹੋ, ਤੇ ਉਹ ਸਾਰਾ ਜਿਹੜਾ ਗੁਰਮਤ ਦਾ ਸਿਧਾਂਤ ਆ ਉਹਦੇ ਤੇ ਚੱਲ ਕੇ ਦੁਸ਼ਮਣ ਦੇ ਸਾਹਮਣੇ ਖੜੇ ਵੀ ਹੋ। ਵੰਡੀ ਵਾਲੀ ਗੱਲ ਨਹੀਂ, ਪਰ ਇਹ ਤੁਹਾਨੂੰ ਇਸ ਚੀਜ਼ ਦੀ ਜਿਹੜੀ ਆ ਸਾਡਾ ਜਿਹੜਾ ਦੇਖੋ, ਜਿਹੜੀ ਸਾਡੀ ਕੌਮ ਆ ਉਹ 'ਚ ਸ਼ਹਾਦਤਾਂ ਤੇ ਗਮ ਨਹੀਂ ਹੁੰਦਾ। ਸ਼ਹਾਦਤਾਂ ਨੇ ਤਖਤੇ ਹਿਲਾਏ ਆ, ਤਖਤੇ ਪਲਟ ਦਿੱਤੇ ਆ, ਤੇ ਇੱਕ ਵਾਰੀ ਅੱਜ ਤੁਸੀਂ ਫੇਰ ਉਸ ਪਾਵੇ ਨੂੰ ਹਿਲਾਉਣ 'ਚ ਕਾਮਯਾਬ ਹੋਏ ਹੋ। ਅਸੀਂ ਸਾਰੇ ਹੀ, ਸਾਰਾ ਪੰਜਾਬ ਤੇ ਸਾਰੇ ਜਿੱਥੇ ਜਿੱਥੇ ਸਿੱਖ ਵਸਦੇ ਨੇ, ਤੁਹਾਡੇ ਸਾਰਿਆਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ। ਤੇ ਤੁਸੀਂ ਇਹ ਜਿਹੜੀ ਜੰਗ ਆ ਇੱਥੋਂ ਦੀ ਵੀ ਜਿੱਤੀ ਆ, ਤੇ ਸਾਨੂੰ ਉਮੀਦ ਹੈ ਕਿ ਤੁਸੀਂ ਸਾਰੇ ਰਲ ਮਿਲ ਕੇ ਦਿੱਲੀ ਵਾਲੀ ਜੰਗ ਵੀ ਜਿੱਤੋਗੇ ਜੀ। ਬਿਲਕੁਲ, ਪਰਮਾਤਮਾ ਚਾਹੇਗਾ ਤੇ ਜੰਗ ਜ਼ਰੂਰ ਜਿੱਤੀ ਜਾਏਗੀ, ਕਿਉਂਕਿ ਅੱਜ ਤੱਕ ਇੱਕ ਇਤਿਹਾਸ ਰਿਹਾ ਆ ਕਿ ਜਿਹੜੀ ਵੀ ਕੋਈ ਐਜੀਟੇਸ਼ਨ ਪੰਜਾਬ ਤੋਂ ਚੱਲੀ ਆ, ਉਹ ਪੰਜਾਬ ਤੋਂ ਬਾਹਰ ਅਗਰ ਆ ਕੇ ਚੱਲੀ ਆ, ਕਿਸੇ ਵੀ, ਭਾਵੇਂ ਉਹ 47 ਦੀ ਹੋਏ ਤੇ ਭਾਵੇਂ 57 ਦੀ ਹੋਏ ਤੇ ਭਾਵੇਂ ਹੁਣ ਦੀ ਹੋਏ, ਅੱਜ ਤੱਕ ਕਦੀ ਉਹ ਜੰਗ ਹਾਰੇ ਨਹੀਂ ਗਏ ਜੀ। ਬਿਲਕੁਲ ਜੀ, ਬਿਲਕੁਲ ਬਿਲਕੁਲ। ਤੇ ਇਸ ਕਰਕੇ ਇੱਕ ਦੂਜਾ ਸਾਨੂੰ ਜਿਹੜਾ ਭਰੋਸਾ ਆ, ਸਾਡੇ ਗੁਰੂ ਤੇ ਭਰੋਸਾ ਹੈ। ਅੱਜ ਕਈ ਪਾਸਿਓਂ ਜੇ ਵੇਖੀਏ ਨਾ ਵੀ ਫਲਾਣਾ ਕਹਿੰਦਾ ਜੀ ਢਾਲ ਲਾਤੀ, ਫਲਾਣਾ ਕਹਿੰਦਾ ਮੋਰਚੇ ਨੂੰ ਢਾਲ ਲਾ ਦਿੱਤੀ, ਲੇਕਿਨ ਸਾਨੂੰ ਇੱਕ ਚੀਜ਼ ਦਾ ਪਤਾ ਵੀ ਸਾਰੇ ਮੁਲਕ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੀ ਵਾਰ ਵੀ ਅਰਦਾਸ ਹੁੰਦੀ ਹੈ, ਉਨੀ ਵਾਰ ਇਸ ਮੋਰਚੇ ਵਾਸਤੇ ਜਿਹੜਾ ਉਹ ਅਰਦਾਸ ਹਰ ਜਗ੍ਹਾ ਕੀਤੀ ਜਾਂਦੀ ਹੈ। ਤੇ ਸਾਨੂੰ ਆਪਣੇ ਗੁਰੂ ਤੇ ਭਰੋਸਾ ਹੈ, ਜੇ ਸਾਡੇ 'ਚ ਕੋਈ ਕਮੀ ਹੋਏਗੀ ਪਰ ਸਾਡੇ ਗੁਰੂ 'ਚ ਕੋਈ ਕਮੀ ਨਹੀਂ ਗੀ, ਅਸੀਂ ਇਹਨੂੰ ਜਿੱਤ ਕੇ ਇੱਥੋਂ ਨਿਕਲਾਂਗੇ। ਸਾਡੇ ਗੁਰੂ ਤੇ ਸਾਨੂੰ ਪੂਰਾ ਭਰੋਸਾ ਹੈ। ਸਾਡੇ ਗੁਰੂ ਤੇ ਸਾਨੂੰ ਭਰੋਸਾ ਆ, ਪੂਰਨ ਭਰੋਸਾ ਆ। ਅਸੀਂ ਇਹ ਜੰਗ 101 ਨਹੀਂ 110% ਜਿੱਤਾਂਗੇ। ਜਦੋਂ ਰਿਪੋਰਟ ਆਊਗੀ ਅਸੀਂ ਉਦੋਂ ਸ਼ੁਰੂ ਕਰ ਦਾਂਗੇ, ਕੋਈ ਗੱਲ ਨਹੀਂ ਵੀ ਜਿੰਨਾ ਚਿਰ ਰਿਪੋਰਟ ਨਹੀਂ ਆਉਂਦੀ। ਪਤਾ ਕੀ ਗੱਲ ਹੈ ਜੀ, ਜਿਹੜੀ FIR ਕੱਟੀ ਜਾਂਦੀ ਹੈ ਕਿਸੇ ਦੇ ਨਾਂ, ਉਸ ਤੋਂ ਬਾਅਦ ਪੋਸਟਮਾਰਟਮ ਰਿਪੋਰਟ ਆਉਂਦੀ ਆ। ਪੋਸਟਮਾਰਟਮ ਰਿਪੋਰਟ ਦੇ ਉੱਤੇ ਕੇਸ ਚੱਲਣਾ ਜੀ। ਕੱਲ੍ਹ ਨੂੰ ਇਨਕੁਆਇਰੀ 'ਚ ਐਕਸੀਡੈਂਟ ਕੇਸ ਸ਼ੋ ਕਰਕੇ ਕੱਢ ਕੇ ਬਾਹਰ ਮਾਰਨਗੇ ਜੀ। ਇਹ ਸਾਡੀ ਜੱਜਮੈਂਟ ਨਹੀਂ, ਸਾਡਾ ਤੌਖਲਾ ਆ ਇਹ ਗੱਲ ਦਾ। ਤੁਹਾਨੂੰ ਕਿਵੇਂ ਲੱਗਦੀ ਗੱਲ? ਨਹੀਂ ਤਾਂ ਸਾਰੇ 100% ਤੁਹਾਡੀ ਗੱਲ ਸਹੀ ਹੈ। ਇਹੀ ਗੱਲ ਸਹੀ ਕਹਿ ਰਹੇ, ਅਸੀਂ ਪੁੱਛ ਰਹੇ ਸੀ ਪਰਿਵਾਰ ਨੂੰ। ਤੁਹਾਨੂੰ ਇਹ ਗੱਲ ਲੱਗਦੀ ਆ ਵੀ ਜੇ ਸੰਸਕਾਰ ਅਸੀਂ ਕਰਦੇ ਨੇ ਆ ਤੇ ਪੋਸਟਮਾਰਟਮ ਜਿਹੜੀ ਰਿਪੋਰਟ ਆ ਉਹ ਆਉਂਦੀ ਹੈ ਇਸ ਗੱਲ ਦੀ ਵੀ ਐਕਸੀਡੈਂਟ ਹੋ ਗਿਆ ਆ? ਹਾਂਜੀ, ਸਾਡੇ ਕੋਲ ਕੀ, ਸਾਡੇ ਕੋਲ ਤਾਂ ਕੁਝ ਰਹਿ ਹੀ ਨਹੀਂ ਗਿਆ। ਤੁਹਾਨੂੰ ਅੱਛਾ, ਤੁਹਾਨੂੰ FIR ਦੀ ਕਾਪੀ ਦਿੱਤੀ ਇਹਨਾਂ ਨੇ?
ਨਹੀਂ ਕੋਈ ਕਾਪੀ ਨਹੀਂ ਦਿੱਤੀ ਜੀ, ਕੋਈ ਕਾਗਜ਼ ਨਹੀਂ, ਸਾਡੇ ਕੋਲ ਇੰਨਾ ਕਾਗਜ਼ ਵੀ ਨਹੀਂ ਦਿੱਤਾ। ਬਸ ਠੀਕ ਹੈ ਜੀ। ਸਾਨੂੰ ਇੰਨਾ ਕਾਗਜ਼ ਵੀ ਨਹੀਂ ਦਿੱਤਾ। ਮੈਂ ਪੂਰੀ ਦੁਨੀਆ ਦੇ ਜਿਹੜੇ ਸਿੱਖ ਨੇ, ਪੂਰੀ ਦੁਨੀਆ ਦੇ ਜਿਹੜੇ ਕਿਸਾਨ ਨੇ, ਸਾਡੀਆਂ 32 ਜਥੇਬੰਦੀਆਂ ਨੇ, ਉਹਨਾਂ ਸਾਰੀਆਂ ਨੂੰ ਮੈਂ ਇਹ ਗੱਲ ਦੱਸਣਾ ਚਾਹੁੰਦਾ ਕਿ ਇਸ ਪਰਿਵਾਰ ਦੇ ਕੋਲ ਲਿਖਤੀ ਇੱਕ ਵੀ ਚੀਜ਼ ਨਹੀਂ ਅਜੇ ਤੱਕ ਆਈ। ਡੀਐਮ ਆਏ ਨੇ, ਐਸਪੀ ਆਏ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡਾ ਵਿਸ਼ਵਾਸ ਕਰੋ। ਜਿਹੜੀ ਆ ਮੀਡੀਆ ਨੂੰ ਕੱਲ ਐਫਆਈਆਰ ਦਿੱਤੀ ਆ, ਪਰ ਜਿਹੜੀ ਐਮਐਲਆਰ ਜਿਹੜੀ ਪੋਸਟਮਾਰਟਮ ਰਿਪੋਰਟ ਆ ਉਹ ਆਊਗੀ, ਉਹਦੇ ਵਿੱਚ ਇਹਨਾਂ ਨੇ ਕੀ ਸ਼ੋਅ ਕੀਤਾ, ਕਿਵੇਂ ਕੀਤਾ ਆ, ਇਹ ਗੱਲ ਦਾ ਕੋਈ ਅਜੇ ਤੱਕ ਖੁਲਾਸਾ ਨਹੀਂ ਹੋਇਆ। ਪਰਿਵਾਰ ਨੂੰ ਭਰੋਸੇ 'ਚ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਭਰੋਸੇ 'ਚ ਲੈ ਕੇ ਇੱਕੋ ਹੀ ਗੱਲ ਕਹਿੰਦੇ ਨੇ ਕਿ ਤੁਸੀਂ ਸੰਸਕਾਰ ਸ਼ੁਰੂ ਕਰਾਓ, ਅਸੀਂ ਤੁਹਾਨੂੰ ਰਿਪੋਰਟ ਦੇ ਦਾਂਗੇ। ਤੇ ਪਰਿਵਾਰ ਵਾਲਿਆਂ ਦਾ ਕਹਿਣਾ ਆ ਕਿ ਤੁਸੀਂ ਸਾਨੂੰ ਰਿਪੋਰਟ ਦਿਓ ਤੇ ਅਸੀਂ ਜਿਹੜਾ ਆ ਸੰਸਕਾਰ ਸ਼ੁਰੂ ਕਰ ਦਾਂਗੇ। ਜਿਹੜਾ ਕੱਲ ਫੈਸਲਾ ਹੋਇਆ, ਜੋ ਕੱਲ ਸਮਝੌਤਾ ਹੋਇਆ, ਉਹਦੇ ਨਾਲ ਸੰਤੁਸ਼ਟ ਹੈ? ਹਾਂ ਉਹਨਾਂ ਨੂੰ ਸਾਡੀ ਸੰਤੁਸ਼ਟੀ ਆ, ਸਾਡੇ ਕਿਸਾਨ ਆਗੂ ਬੈਠੇ ਨੇ, ਚਲੋ ਠੀਕ ਹੈ। ਜੋ ਕਿਸਾਨ ਆਗੂਆਂ ਨੇ ਕੀਤਾ, ਸੰਤੁਸ਼ਟੀ ਆ। ਹਾਂਜੀ ਉਹ ਤਾਂ ਜੋ ਸਾਡੇ ਕਿਸਾਨ ਜੋ ਸਾਡਾ ਦੁੱਖ ਸਮਝ ਰਹੇ ਆ, ਉਹਨਾਂ ਦੀ ਗੱਲ ਪਰ ਸਾਨੂੰ ਮੰਨਣੀ ਪਊਗੀ। ਪਰ ਹੁਣ ਤੁਹਾਡੇ ਉੱਤੇ ਇੱਥੇ ਆ ਕੇ ਜਿਹੜੀਆਂ ਤੁਹਾਨੂੰ ਤਰਲੇ ਕੀਤੇ ਜਾ ਰਹੇ ਨੇ ਜਾਂ ਤੁਹਾਡੇ ਨਾਲ ਬੜੇ ਧਿਆਨ ਨਾਲ ਗੱਲ ਕੀਤੀ ਜਾ ਰਹੀ ਹੈ ਵੀ ਤੁਸੀਂ ਸੰਸਕਾਰ ਕਰ ਦਿਓ, ਆਪਾਂ ਸ਼ੁਰੂ ਕਰਨੇ ਆ, ਤੇ ਇਹ ਗੱਲ ਜਿਹੜੀ ਆ ਮੈਂ ਕਹਿਣਾ ਵੀ ਤੁਸੀਂ ਇੱਕ ਵਾਰੀ ਪੂਰੀ ਦੁਨੀਆ ਨੂੰ, ਤੁਹਾਡੇ ਸਿਰ ਤੇ ਇਹ ਨਹੀਂ ਉਤਰਨੀ ਆ, ਤੁਸੀਂ ਇੱਕ ਵਾਰੀ ਦੁਨੀਆ ਨੂੰ ਦੱਸੋ ਕਿ ਕੀ ਐਮਐਲਆਰ ਜਿਹੜੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਪਹਿਲਾਂ ਸੰਸਕਾਰ ਤੇ ਨਹੀਂ ਕਰਦੇ ਤੁਸੀਂ? ਨਹੀਂ, ਬਿਲਕੁਲ ਨਹੀਂ ਜੀ। 4 ਸਿੰਘਾਂ ਨੂੰ ਜੀਪ ਦੇ ਨਾਲ ਦੜ ਕੇ, ਇੱਕ ਸਿੰਘ ਨੂੰ, ਚੌਹਾਂ ਦੇ ਵਿੱਚੋਂ ਇੱਕ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ, ਜਿਹੜਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਸੀ। ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜ਼ੂਮ ਕਰਕੇ ਉਹਦੀ ਤਸਵੀਰ ਦਿਖਾਏ। ਹਾਂ, ਉਹ ਇਸ ਸ਼ਹੀਦ ਦਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਆ, ਐਡਮਿਨਿਸਟ੍ਰੇਸ਼ਨ ਆ, ਉਹ ਪਰਿਵਾਰ ਨੂੰ ਇਹ ਗੱਲ ਕਹਿ ਰਹੀ ਆ ਕਿ ਐਫਆਈਆਰ ਦੀ ਕਾਪੀ ਅਸੀਂ ਪ੍ਰੈਸ ਨੂੰ ਦੇਤੀ ਆ, ਪਰ ਸਾਡੇ ਕਿਸੇ ਕੋਲ ਕੋਈ ਐਫਆਈਆਰ ਕਾਪੀ ਨਹੀਂ ਆਈ। ਕਿਸਾਨ ਲੀਡਰਾਂ ਕੋਲ ਹੈਗੀ ਆ, ਅਸੀਂ ਉਹਨਾਂ ਨਾਲ ਸੰਪਰਕ ਜ਼ਰੂਰ ਕਰਾਂਗੇ, ਪਰ ਜਿਹੜੀ ਪੋਸਟਮਾਰਟਮ ਰਿਪੋਰਟ ਆ ਉਹ ਕਹਿ ਰਹੇ ਨੇ ਕਿ ਤੁਸੀਂ ਸੰਸਕਾਰ ਸ਼ੁਰੂ ਕਰਾਓ, 4 ਵਜੇ ਤੱਕ ਆ ਜੂਗੀ। ਪਰ ਪਰਿਵਾਰ ਦਾ ਕਹਿਣਾ ਆ ਵੀ ਜਿੰਨਾ ਚਿਰ ਰਿਪੋਰਟ ਨਹੀਂ ਆਉਂਦੀ ਉਹਨਾਂ ਚਿਰ ਸੰਸਕਾਰ ਨਹੀਂ ਕੀਤਾ ਜਾਊਗਾ। ਤੇ ਤੁਹਾਨੂੰ ਮੈਂ ਦੱਸ ਦਵਾਂ ਕਿ ਜਦੋਂ ਵੀ ਇਸ ਕੌਮ ਦੇ ਵਿੱਚ ਜਾਂ ਦੁਨੀਆ ਦੇ ਇਤਿਹਾਸ ਦੇ ਵਿੱਚ ਅਲੜ ਉਮਰ ਦੇ ਨੌਜਵਾਨਾਂ ਨੂੰ ਇਸ ਤਰ੍ਹਾਂ ਸ਼ਾਂਤਮਈ ਜਿਹੜਾ ਆ ਪ੍ਰੋਟੈਸਟ ਕਰਦਿਆਂ ਸ਼ਹੀਦ ਕੀਤਾ ਗਿਆ ਆ, ਉਦੋਂ ਤਖਤੇ ਪਲਟੇ ਨੇ। ਤੇ ਅਸੀਂ ਚਾਹੁੰਦੇ ਆ ਕਿ ਇਹਨਾਂ ਦਾ ਜਿੰਨਾ ਚਿਰ ਉਹ ਬੰਦਾ ਗ੍ਰਿਫਤਾਰ ਨਹੀਂ ਹੁੰਦਾ, ਅਸੀਂ ਚਾਹੁੰਦੇ ਆ ਜਿੰਨਾ ਚਿਰ ਸੰਗਤ ਚਾਹੁੰਦੀ ਆ ਕਿ ਜਿੰਨਾ ਚਿਰ ਉਸ ਐਮਪੀ ਦਾ, ਸਾਂਸਦ ਦਾ ਮੁੰਡਾ ਜਿਹੜਾ ਮੋਨੂ ਆ, ਅਜੇ ਮਿਸ਼ਰਾ ਉਰਫ ਟੈਣੀ ਦਾ ਜਿਹੜਾ ਬੇਟਾ ਆ, ਉਹ ਜਿੰਨਾ ਚਿਰ ਅਰੈਸਟ ਨਹੀਂ ਹੁੰਦਾ, ਇੰਨੀ ਜ਼ਿਆਦਾ ਬੇਕਿਰਕੀ ਦੇ ਨਾਲ ਉਹਨੇ ਇਹਨਾਂ ਬੱਚਿਆਂ ਦੇ ਉੱਤੇ ਜੀਪ ਚੜਾਈ। ਇੱਕ ਸਿੰਘ ਜੀਪ ਦੇ ਵਿੱਚ ਫਸ ਗਿਆ, ਫਸ ਕੇ ਸ਼ਹੀਦ ਹੋਇਆ, ਜੀਪ ਪਲਟ ਕੇ ਉਹਨੂੰ ਥੱਲਿਓਂ ਕੱਢਿਆ ਗਿਆ। ਇੰਨਾ ਜ਼ਿਆਦਾ ਹੌਲਨਾਕ ਇਹ ਘਟਨਾ ਸੀ। ਇੱਥੇ ਜਿਹੜੇ ਸੰਗਤ ਜਿਹੜੀ ਖੜੀ ਆ, ਮੈਂ ਸਾਰੀ ਸੰਗਤ ਨੂੰ ਪੁੱਛਣਾ ਚਾਹਾਂਗਾ ਸਾਰਿਆਂ ਨੂੰ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਜਿੰਨਾ ਚਿਰ ਬੰਦਾ ਅਰੈਸਟ ਨਹੀਂ ਹੁੰਦਾ ਤੇ ਜਿੰਨਾ ਚਿਰ ਇਹਦੀ ਪੋਸਟਮਾਰਟਮ ਰਿਪੋਰਟ ਨਹੀਂ ਆਉਂਦੀ ਉਹਨਾਂ ਚਿਰ ਸੰਸਕਾਰ ਕਰਨਾ ਚਾਹੀਦਾ ਜੀ? ਨਹੀਂ ਚਾਹੀਦਾ, ਨਹੀਂ ਚਾਹੀਦਾ। ਜਿਹੜੀ ਇੱਥੇ ਸੰਗਤ ਖੜੀ ਆ ਉਹਨਾਂ ਸਾਰਿਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਚਿਰ ਸੰਸਕਾਰ। ਹਾਂਜੀ ਪ੍ਰਧਾਨ ਜੀ। ਹਾਂਜੀ, ਜਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨਾ ਚਿਰ ਪੋਸਟਮਾਰਟਮ ਦੀ ਰਿਪੋਰਟ ਜਿੰਨਾ ਚਿਰ ਪੋਸਟਮਾਰਟਮ ਦੀ ਰਿਪੋਰਟ ਨਹੀਂ ਆਉਂਦੀ ਉਹਨਾਂ ਚਿਰ ਅੰਤਿਮ ਸੰਸਕਾਰ ਨਹੀਂ ਕੀਤਾ ਜਾਏਗਾ। ਇਸ ਸ਼ਹੀਦ ਦਾ ਤੁਸੀਂ ਆਪਣਾ ਨਾਮ ਦੱਸੋ ਜੀ। ਮੈਂ ਹਰਪਾਲ ਸਿੰਘ ਮਨੇਸ, ਉੱਤਰਾਖੰਡ ਤਰਾਈ ਕਿਸਾਨ ਸੰਗਠਨ ਸਚਿਵ। ਹਰਪਾਲ ਸਿੰਘ ਮਨੇਸ, ਇਹ ਤੁਹਾਨੂੰ ਦੱਸ ਦੇਣਾ ਕਿ ਇਹ ਸਾਡੇ ਜਿਹੜੇ 1947 ਦਾ ਇਹਨਾਂ ਦੇ ਵੱਡਿਆਂ ਨੇ ਦਰਦ ਹਟਾਇਆ, ਉਹਨਾਂ ਪਰਿਵਾਰਾਂ ਚੋਂ ਇਹ ਇੱਕ ਨੇ। ਤੇ ਅਸੀਂ 1947 ਤੋਂ ਲੈ ਕੇ ਆਪਣੇ ਭਰਾਵਾਂ ਦੀਆਂ, ਆਪਣੇ ਪਿਓਾਂ ਦੀਆਂ, ਆਪਣੇ ਸਾਥੀਆਂ ਦੀਆਂ ਜਿਹੜੀਆਂ ਸ਼ਹੀਦਾਂ ਦੀਆਂ ਲਾਸ਼ਾਂ ਨੇ ਉਹ ਮੋਢਿਆਂ ਤੇ ਢੋਈਆਂ ਨੇ, ਤੇ ਅੱਜ ਇੱਕ ਫੇਰ ਲਾਸ਼ 'ਚ ਤਬਦੀਲ ਕਰ ਦਿੱਤਾ ਗਿਆ ਸਾਡਾ ਬੱਚਾ। ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਉੱਤੇ ਕਿ ਇਸ ਬੱਚੇ ਦੀ ਜਿਹੜੀ ਸੰਸਕਾਰ ਆ ਉਹ ਪ੍ਰਸ਼ਾਸਨ ਕਹਿੰਦਾ ਤੁਸੀਂ ਸ਼ੁਰੂ ਕਰੋ ਤੇ ਅਸੀਂ ਤੁਹਾਨੂੰ ਐਫਆਈਆਰ ਦੀ ਰਿਪੋਰਟ ਤੇ ਜਿਹੜੀ ਤੁਹਾਡੀ ਪੋਸਟਮਾਰਟਮ ਦੀ ਰਿਪੋਰਟ ਦੇ ਦੇਵਾਂਗੇ? ਕੀ ਤੁਸੀਂ ਚਾਹੁੰਦੇ ਹੋ ਕਿ ਦੇ ਦੇਣਗੇ ਜਾਂ ਦੇਣਗੇ ਪਹਿਲਾਂ? ਜਾਂ ਪਹਿਲੋਂ ਦੇਣਗੇ ਤਾਂ ਹੀ ਸੰਸਕਾਰ ਕੀਤਾ ਜਾਏਗਾ, ਉੱਦਾਂ ਸੰਸਕਾਰ ਨਹੀਂ ਕੀਤਾ ਜਾਏਗਾ। ਸਾਨੂੰ ਬੀਜੇਪੀ ਇਹਨਾਂ ਤੇ ਵਿਸ਼ਵਾਸ ਨਹੀਂ ਹੈ। ਹਰਪਾਲ ਹਾਂ, ਪਹਿਲੋਂ ਚੈੱਕ ਵੀ ਪਹਿਲੋਂ ਲਿਆ ਜਾਏਗਾ। ਚਲੋ ਚੈੱਕ। ਇਹ ਬਹੁਤ ਦਰਦਨਾਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਤੁਹਾਡਾ ਕੀ ਨਾਮ ਹੈ? ਮੈਂ ਡਾਕਟਰ ਕੁਲਵੰਤ ਸਿੰਘ ਹਾਂ ਫਰੋਮ ਕਨੇ ਡਾਕਟਰ ਕੁਲਵੰਤ ਸਿੰਘ, ਤੁਸੀਂ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ? ਅਸੀਂ ਦਿਨੇਸ਼ਪੁਰ ਹੈ ਉਦਮ ਸਿੰਘ ਨਗਰ ਦੇ ਰਹਿਣ ਵਾਲੇ ਉਦਮ ਸਿੰਘ ਤੁਸੀਂ ਜਿਹੜਾ ਇਹ ਬੱਚਾ ਸਾਡਾ ਸ਼ਹੀਦ ਹੋਇਆ ਕਿਸਾਨ ਐਜੀਟੇਸ਼ਨ ਦੇ ਵਿੱਚ, ਤੁਸੀਂ ਕੀ ਚਾਹੁੰਦੇ ਹੋ? ਤੁਸੀਂ ਇੱਕ ਡਾਕਟਰ ਹੋ, ਤੁਸੀਂ ਪੇਸ਼ੇ ਵਜੋਂ ਡਾਕਟਰ ਹੋ, ਤੇ ਜਿਹੜੀ 302 ਦਾ ਜਿਹੜਾ ਪਰਚਾ ਹੋਇਆ, ਜਦੋਂ MLR ਕੱਟੀ ਜਾਊਗੀ ਇਹਦੇ ਕੇਸ ਦਾ ਬੇਸ ਉਹਦੇ ਉੱਤੇ ਹੀ ਹੋਊਗਾ। ਹਾਂਜੀ ਬਿਲਕੁਲ ਸਹੀ ਹੈ। ਜਦੋਂ ਪੋਸਟਮਾਰਟਮ ਹੋ ਜਾਊਗਾ, ਮੈਂ ਆਪਣੀ ਕੌਮ ਨੂੰ, ਕਿਸਾਨਾਂ ਨੂੰ, ਹਰ ਇੱਕ ਉਸ ਜਿਹੜਾ ਇਸ ਸੰਘਰਸ਼ ਦੇ ਵਿੱਚ ਹਿੱਸਾ ਪਾ ਰਿਹਾ, ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਇਹ ਨੇ ਡਾਕਟਰ ਕੁਲਵੰਤ ਸਿੰਘ ਵਿਰਕ, ਦਿਨੇਸ਼ਪੁਰ ਡਿਸਟ੍ਰਿਕਟ, ਉਦਮ ਸਿੰਘ ਨਗਰ, ਉੱਤਰਾਂਚਲ ਦੇ ਰਹਿਣ ਵਾਲੇ ਨੇ, ਤੇ ਇਹ ਪੇਸ਼ੇ ਵਜੋਂ ਡਾਕਟਰ ਨੇ, ਇਹਨਾਂ ਦਾ ਆਪਣਾ ਕਲੀਨਿਕ ਆ, ਤੇ ਇਹਨਾਂ ਨੂੰ ਪਤਾ ਆ ਕਿ ਇਹਨਾਂ ਕੇਸਾਂ ਦੇ ਵਿੱਚ ਕੀ ਕੀ ਜ਼ਰੂਰੀ ਆ। ਮੈਂ ਡਾਕਟਰ ਸਾਹਿਬ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜਿਹੜੀ ਪੋਸਟਮਾਰਟਮ ਰਿਪੋਰਟ ਆ, ਕੀ FIR ਜਿਹੜੀ ਆ ਕਿਸੇ ਵੀ ਕੇਸ ਦੀ ਉਹਦੇ ਤੇ ਬੇਸਡ ਹੁੰਦੀ ਆ? ਬਿਲਕੁਲ ਉਸ ਤੇ PM ਰਿਪੋਰਟ ਤੇ ਹੀ ਸਾਰਾ ਕੁਝ ਹੈ। ਤਾਂ ਫਿਰ ਇਹ ਕਹਿ ਰਹੇ ਨੇ ਕਿ ਜਦੋਂ ਤੁਸੀਂ ਸੰਸਕਾਰ ਕਰ ਲੋਗੇ ਉਦੋਂ ਤੁਹਾਨੂੰ ਦਿਆਂਗੇ, ਇਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਪਰੇਸ਼ਾਨੀ ਕੀ ਪਹਿਲਾਂ ਦੇਣ 'ਚ ਕੀ ਪਰੇਸ਼ਾਨੀ ਹੈ? ਜੇ ਪਹਿਲਾਂ ਦੇ ਦੇਣ ਸਾਨੂੰ ਸਾਰਾ ਕੁਝ, ਸਾਨੂੰ ਪਤਾ ਚੱਲ ਜਾਏ ਕਿ ਇਹਦੇ ਵਿੱਚ ਹੋਇਆ ਕੀ, ਹਾਦਸਾ ਕਿਵੇਂ ਹੋਇਆ, ਸਾਰਾ ਕਲੀਅਰ ਹੋ ਜਾਏਗਾ। ਵੈਰੀ ਗੁੱਡ। ਤੇ ਪ੍ਰਸ਼ਾਸਨ ਨੂੰ ਕੀ ਪਰੇਸ਼ਾਨੀ ਹੈ? ਪ੍ਰੋਬਲਮ ਕੀ ਆ? ਉਹਨੂੰ ਪ੍ਰੋਬਲਮ ਕਿਉਂ? ਪ੍ਰੋਬਲਮ ਦੱਸੇ ਨਾ ਕਿ ਸਾਡੀ ਸਾਨੂੰ ਆ ਜਿਨ੍ਹਾਂ ਦਾ ਬੱਚਾ ਸ਼ਹੀਦ ਹੋਇਆ, ਸਾਡੀ PM ਰਿਪੋਰਟ ਆ ਨਹੀਂ ਪਾ ਰਹੀ ਜਾਂ ਸਾਡੀ PM ਰਿਪੋਰਟ ਬਣ ਨਹੀਂ ਪਾ ਰਹੀ, ਤੇ ਅਸੀਂ ਉਹਦਾ ਸਮਾਧਾਨ, ਅਸੀਂ ਫਿਰ ਅਗਲਾ ਰਸਤਾ ਦੇਖਾਂਗੇ ਜਿਵੇਂ ਵੀ ਹੋਏਗਾ, ਪਰ ਉਹ ਸਾਨੂੰ PM ਰਿਪੋਰਟ ਤੇ ਦੇਣ, ਪਹਿਲਾਂ ਦਿਖਾਣ ਸਾਨੂੰ। ਡਾਕਟਰ ਸਾਹਿਬ ਤੁਸੀਂ ਐਜ ਏ ਸਿੱਖ, ਐਜ ਏ ਕਿਸਾਨ ਇੱਥੇ ਆਏ ਹੋ ਜਾਂ ਤੁਹਾਡਾ ਇਹਨਾਂ ਨਾਲ ਉਂਝ ਕੋਈ ਹੁੰਦਾ ਆਪਣੇ? ਅਸੀਂ ਐਜ ਏ ਕਿਸਾਨ ਵੀ ਆਏ, ਐਜ ਏ ਸਿੰਪੈਥੀ ਦੇਣ ਲਈ ਪਰਿਵਾਰ ਨੂੰ ਆਏ। ਅਸੀਂ ਉੱਤਰਾਖੰਡ ਤੋਂ ਕਾਫੀ ਸਾਡੀ ਸੰਗਤ ਆਈ ਹੋਈ ਹੈ, ਬਹੁਤ ਸੰਗਤ ਆਈ ਹੈ, ਬਹੁਤ ਸੰਗਤ ਆਈ ਹੈ, ਬਹੁਤ ਸੰਗਤ ਹੈ। ਅਸੀਂ ਇਹਨਾਂ ਨੂੰ ਸਾਰਾ ਕੁਝ ਸਿੰਪੈਥੀ ਤੌਰ ਤੇ ਆਏ ਹਾਂ, ਅਸੀਂ ਤੇ ਕਿਸਾਨੀ ਤੌਰ ਤੇ ਵੀ ਆਏ, ਸਿੰਪੈਥੀ ਤੌਰ ਤੇ ਬਾਬਾ ਜੀ ਵੀ ਆਏ ਨੇ ਸਾਡੇ, ਬਾਬਾ ਪ੍ਰਤਾਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜੀ ਮੈਂ ਡਾਕਟਰ ਸਾਹਿਬ, ਜਿਹੜੀ ਇਹ ਟੈਕਨੀਕਲ ਗੱਲ ਸੀਗੀ, ਜਿਹੜੀ ਕਿ ਬਹੁਤ ਪਰਿਵਾਰਾਂ ਨੂੰ, ਬਹੁਤ ਬੱਚਿਆਂ ਨੂੰ ਨਹੀਂ ਪਤਾ ਹੈਗਾ ਕਿ ਜਿੰਨਾ ਚਿਰ ਪੋਸਟਮਾਰਟਮ ਦੀ ਰਿਪੋਰਟ ਨਹੀਂ ਆਉਂਦੀ ਉਹਨਾਂ ਚਿਰ ਜਿਹੜਾ ਆ FIR ਉੱਤੇ ਬੇਸਡ ਆ। ਸਾਨੂੰ ਖਦਸ਼ਾ ਆ ਕਿ ਇਹਨਾਂ ਨੇ ਜਿਹੜੀ ਰਿਪੋਰਟ ਆ, ਇਹਨਾਂ ਨੇ ਕਿਹਾ ਕਿ ਸੀਟਿੰਗ ਜੱਜ ਤੋਂ ਇਹਦੀ ਇਨਕੁਆਇਰੀ ਹੋਊਗੀ। ਸਾਨੂੰ ਇਸ ਗੱਲ ਦਾ ਖਦਸ਼ਾ ਆ BJP ਗਵਰਨਮੈਂਟ ਤੋਂ ਕਿ ਇਹਨਾਂ ਨੇ ਕਹਿਣਾ ਹੈ ਕਿ ਇਹ ਪ੍ਰੋਗਰਾਮ ਕਰਕੇ ਅਜੇ ਮਿਸ਼ਰਾ ਦਾ ਜਿਹੜਾ ਬੇਟਾ ਆ ਉੱਥੋਂ ਵਾਪਸ ਜਾ ਰਿਹਾ ਸੀ ਤੇ ਕਿਸਾਨਾਂ ਨੇ ਉੱਤੇ ਹਮਲਾ ਕੀਤਾ ਤੇ ਉਹਨੇ ਗੱਡੀ ਭਜਾਈ ਤੇ ਥੱਲੇ ਆ ਗਏ। ਇਸ ਪਾਸੇ ਨੂੰ ਇਹ ਕੇਸ ਨੂੰ ਮੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਦੂਜੀ ਗੱਲ ਇਹ ਕਰਨਾ ਚਾਹੁੰਦੇ ਨੇ ਕਿ ਅਸੀਂ ਇਸ ਕੇਸ ਨੂੰ ਐਕਸੀਡੈਂਟ ਸ਼ੋਅ ਕਰੀਏ। ਐਕਸੀਡੈਂਟ ਕੇਸ ਦੀ ਬਾਰੋ-ਬਾਰ ਜ਼ਮਾਨਤ ਹੁੰਦੀ ਆ, ਤਾਂ ਉਹ ਤਾਂ ਵਿਸ਼ਵਾਸ ਦਿਵਾ ਰਹੇ ਨੇ। ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹਾਂਗਾ, ਐਜ ਏ ਇੱਕ ਸਿੱਖ, ਐਜ ਏ ਕਿਸਾਨ ਤੇ ਐਜ ਏ ਤੁਹਾਡੇ ਬੱਚੇ, ਕਿ ਤੁਸੀਂ ਚਾਹੁੰਦੇ ਹੋ ਵੀ ਇਹਨਾਂ ਤੇ ਵਿਸ਼ਵਾਸ ਕੀਤਾ ਜਾਏ? ਨਾ, ਬਿਲਕੁਲ ਨਹੀਂ ਚਾਹੁੰਦੇ ਅਸੀਂ। ਸਾਨੂੰ ਕੋਈ ਵਿਸ਼ਵਾਸ ਨਹੀਂ। ਸਾਨੂੰ ਪਹਿਲਾਂ PM ਰਿਪੋਰਟ ਆ ਜਾਏ, ਉਹਦੇ ਸਾਨੂੰ ਪਤਾ ਚੱਲ ਜਾਏ ਵੀ ਇਹ ਹਾਦਸਾ ਹੋਇਆ ਕਿਵੇਂ ਜਾਂ ਕੀ ਹੈ, ਐਕਚੁਅਲੀ ਪਤਾ ਚੱਲ ਜਾਏ, ਉਸ ਤੋਂ ਬਾਅਦ ਫਿਰ ਅਗਲਾ ਕਦਮ ਚੁੱਕਿਆ ਜਾਏ। ਡਾਕਟਰ ਸਾਹਿਬ ਇਹ ਗੱਲ ਪੱਕੀ ਹੈ ਨਾ ਕਿ ਜਿੰਨਾ ਚਿਰ ਸਾਨੂੰ ਰਿਪੋਰਟ ਨਹੀਂ ਮਿਲਦੀ ਉਹਨਾਂ ਚਿਰ ਸੰਸਕਾਰ ਬੇਟੇ ਦਾ ਨਹੀਂ ਕੀਤਾ ਜਾਊਗਾ? ਬਿਲਕੁਲ ਨਹੀਂ ਕੀਤਾ। ਕੋਈ ਹੋਰ ਸਿੰਘ ਇਹਦੇ ਉੱਤੇ? ਬਾਬਾ ਜੀ ਤੁਸੀਂ ਜਿਹੜੀ ਡਾਕਟਰ ਸਾਹਿਬ ਨੇ ਗੱਲ ਕਹੀ ਆ, ਇਹਦੇ ਨਾਲ ਸਹਿਮਤ ਹੋ ਤੁਸੀਂ? ਹਾਂਜੀ, ਜਿੰਨਾ ਚਿਰ ਤੱਕ ਪੋਸਟਮਾਰਟਮ ਰਿਪੋਰਟ ਸਾਰੀ ਸਾਡੇ ਕੋਲ ਨਹੀਂ ਆਉਂਦੀ, ਕਲੀਅਰ ਨਹੀਂ ਹੁੰਦੀ, ਕਿ ਹੁਣ ਇਹ ਸਮਾਂ ਨਹੀਂ ਹੈਗਾ ਕਿ ਜਿਹੜਾ ਅਸੀਂ ਸਰਕਾਰ ਤੇ ਯਕੀਨ ਕਰੀਏ। ਜਿਹੜੀ ਜੀ ਸੱਚਾਈ ਉਹ ਸਾਹਮਣੇ ਆ ਜਾਏ, ਉਸ ਤੋਂ ਬਾਅਦ ਸੰਸਕਾਰ ਹੋ। ਬਾਬਾ ਜੀ ਕਹਿੰਦੇ ਨੇ ਕਿ ਇਹ ਸਮਾਂ ਨਹੀਂ ਕਿ ਜਿਹੜੀ ਸਰਕਾਰ ਆ ਉਹ ਤੇ ਯਕੀਨ ਕੀਤਾ ਜਾਏ, ਕਿਉਂਕਿ 700 ਤੋਂ ਉੱਤੇ ਬੰਦੇ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ, ਇਹ ਸੰਘਰਸ਼ ਦੀ ਭੇਟ ਚੜ ਚੁੱਕੇ ਨੇ, ਜਿਨ੍ਹਾਂ ਵਿੱਚ ਕੱਲ ਮੇਰੀ ਗੱਲ ਟੋਕ ਦਿੱਤੀ ਸੀ। ਉਹਨਾਂ ਨੇ ਕਿਹਾ ਕਿ ਤੁਸੀਂ ਵੰਡ ਪਾਉਂਦੇ ਹੋ। ਮੈਂ ਕਿਹਾ ਵੰਡ ਨਹੀਂ ਪਾਉਂਦਾ। ਜਿਹੜੇ ਵੀ ਪਿੰਡ, ਜਿਹੜੇ ਵੀ ਖਿੱਤੇ ਜਿਹੜੇ ਚੋਂ ਸ਼ਹੀਦ ਹੋਏ ਹੁੰਦੇ ਨੇ, ਉਹਨਾਂ ਸ਼ਹੀਦਾਂ ਦਾ, ਉਹਨਾਂ ਪਰਿਵਾਰਾਂ ਨੂੰ, ਉਸ ਖਿੱਤੇ ਨੂੰ ਮਾਣ ਹੁੰਦਾ ਆ। ਤੇ ਮੈਂ ਇਹ ਉਹਨਾਂ ਨੂੰ ਕਿਹਾ ਸੀ ਕਿ UP ਵਾਲਿਆਂ ਨੂੰ, ਉੱਤਰਾਖੰਡ ਵਾਲਿਆਂ ਨੂੰ ਸਭ ਤੋਂ ਵੱਡਾ ਇਸ ਸੰਘਰਸ਼ ਦੇ ਵਿੱਚ ਮਾਣ ਰਹੂਗਾ ਕਿ ਪਹਿਲਾ ਸ਼ਹੀਦ ਨਵਰੀਤ ਸਿੰਘ ਜਿਹੜਾ ਹੋਇਆ ਸੀ ਉਹ ਵੀ UP ਤੋਂ ਹੋਇਆ ਸੀਗਾ, ਉੱਤਰਾਖੰਡ ਚੋਂ। ਤੇ ਜਿਹੜੇ ਆਹ ਸ਼ਹੀਦ ਨੇ, ਜਿਹੜੇ ਇੱਕ ਲੜਾਈ 'ਚ ਲੜ ਕੇ, ਦੋ ਹੱਥ ਕਰਕੇ ਸ਼ਹੀਦ ਹੋਏ ਨੇ, ਉਹਨਾਂ ਦੇ ਵਿੱਚੋਂ ਸਾਰੇ ਜਿਹੜੇ ਸਿੰਘ ਨੇ ਸਾਡੇ ਉਹ UP ਦੇ ਨੇ। ਤੇ ਇਹਦਾ ਇੱਕ ਬੜੀ ਮਾਣ ਵਾਲੀ ਗੱਲ ਆ ਕਿ ਅਸੀਂ ਉਹਨਾਂ ਗੁਰੂ ਸਾਹਿਬ ਦੇ ਸਿਧਾਂਤ ਨੂੰ ਅੱਜ ਤੱਕ ਸਾਂਭ ਕੇ ਰੱਖਿਆ। 100 ਚੋਂ 99 ਜਿਹੜੇ ਬੱਚੇ ਨੇ ਇੱਥੇ ਪੱਗਾਂ ਵਾਲੇ ਨੇ ਤੇ ਇੱਥੇ ਦਾੜੀਆਂ ਵਾਲੇ ਨੇ, ਤੇ ਜਿਹੜੇ ਸਿੰਘ ਸ਼ਹੀਦ ਹੋਏ ਨੇ ਲਗਭਗ ਉਹ ਅੰਮ੍ਰਿਤਧਾਰੀ ਸੀਗੇ ਸਾਰੇ। ਤਾਂ ਮੈਂ ਬਾਬਾ ਜੀ ਡਾਕਟਰ ਸਾਹਿਬ ਨਾਲ ਜਿਹੜੀ ਗੱਲ ਕੀਤੀ ਹੈ ਸਾਰੀ, ਤੁਸੀਂ ਸਾਰੇ ਸਿੰਘ ਇਸ ਗੱਲ ਨਾਲ ਸਹਿਮਤ ਹੋ ਵੀ ਉਹਨਾਂ ਚਿਰ ਸੰਸਕਾਰ ਨਹੀਂ ਕੀਤਾ ਜਾਊਗਾ? ਬਿਲਕੁਲ ਜੀ, ਅਸੀਂ ਸਹਿਮਤ ਹਾਂ। ਜਿੰਨਾ ਚਿਰ ਤੱਕ ਪੋਸਟਮਾਰਟਮ ਰਿਪੋਰਟ ਨਹੀਂ ਆਉਂਦੀ, ਕਲੀਅਰ ਆ ਕਿ ਸਭ ਨੂੰ ਪਤਾ ਵਾ ਕਿ ਉੱਥੇ ਗੋਲੀ ਚੱਲੀ ਆ, ਗੋਲੀ ਵੱਜੀ ਆ।
ਬਾਬਾ ਜੀ ਹੁਣਾਂ ਨੇ ਵੀ ਇਹ ਗੱਲ ਕਹੀ ਆ ਕਿ ਸਭ ਨੂੰ ਪਤਾ ਆ ਗੋਲੀ ਵੱਜੀ ਆ। ਇਸ ਚੀਜ਼ ਨੂੰ ਜਿਹੜਾ ਆ ਬੀਜੇਪੀ ਗਵਰਨਮੈਂਟ ਤੇ ਘੱਟੋ ਘੱਟ ਜਿਹੜਾ ਕਿਸਾਨਾਂ ਨੂੰ ਕੀੜੇ ਤੱਕ ਦੱਸਦਾ ਰਿਹਾ ਮੋਦੀ, ਉਹਦੇ ਉੱਤੇ ਵਿਸ਼ਵਾਸ ਕਿਵੇਂ ਕੀਤਾ ਜਾ ਸਕਦਾ ਆ ਜਿਨਨੇ ਕਿਸਾਨਾਂ ਨੂੰ ਨਾਲੀ ਦੇ ਕੀੜੇ ਤੱਕ ਕਹਿ ਦਿੱਤਾ। ਸੋ ਅੱਜ ਸਾਡੇ ਬੱਚੇ ਸ਼ਹੀਦ ਹੋਏ ਨੇ ਤੇ ਅਸੀਂ ਇਹਨਾਂ ਦੀਆਂ ਗੱਲਾਂ ਦੇ ਉੱਤੇ ਬੇਸ਼ੱਕ ਵੀਡੀਓਗ੍ਰਾਫੀ ਹੋਈ ਹੋਵੇ, ਸਭ ਕੁਝ ਬਦਲਿਆ ਹੈ। ਜੇਲ੍ਹਾਂ 'ਚੋਂ ਬੰਦੇ ਕੱਢ ਕੇ ਉਹਨਾਂ ਤੋਂ ਕਤਲ ਕਰਾ ਕੇ ਉਹਨਾਂ ਨੂੰ ਬੰਦ ਵਾਪਸ ਕੀਤਾ ਜਾ ਸਕਦਾ ਹੈ। ਇਹ ਇਹਨਾਂ ਸਰਕਾਰਾਂ ਦੇ ਵਿੱਚ ਹੁੰਦਾ ਰਿਹਾ ਆ ਤੇ ਸਾਨੂੰ ਖਦਸ਼ਾ ਹੈ ਸਾਡੇ ਨਾਲ ਵੀ ਇਹ ਸਾਰਾ ਕੁਝ ਹੋ ਸਕਦਾ ਹੈ। ਅਸੀਂ ਸਾਰੀ ਰਿਪੋਰਟ ਤੁਹਾਨੂੰ ਜਿਵੇਂ ਵੀ ਹੋਈ, ਡਾਕਟਰ ਸਾਹਿਬ ਇੱਥੇ ਆਏ ਨੇ, ਸਾਰਿਆਂ ਨਾਲ ਗੱਲਬਾਤ ਕਰਕੇ ਅਗਲੀ ਜਿਹੜੀ ਕਾਰਵਾਈ ਹੈ, ਜੋ ਵੀ ਸਟੇਟਮੈਂਟ ਅੱਗੇ ਆਉਂਦੀ ਆ, ਤੁਹਾਨੂੰ ਗਰਾਊਂਡ ਜ਼ੀਰੋ ਤੋਂ ਦਿਖਾਈ ਜਾਊਗੀ। ਇਹ ਸ਼ਹੀਦ ਦਾ ਜਿਹੜੀ ਦੇਹ ਆ ਉਹ ਪਈ ਆ, ਸੰਗਤ ਦਰਸ਼ਨ ਕਰ ਰਹੀ ਆ ਸ਼ਹੀਦ ਦੇ ਤੇ ਵਾਪਸ ਮੁੜ ਰਹੀ ਆ। ਸਾਰੇ ਲੋਕਾਂ ਦੀਆਂ ਅੱਖਾਂ ਨਮ ਨੇ। ਬੇਸ਼ੱਕ ਸ਼ਹੀਦਾਂ ਦੇ ਉੱਤੇ ਮਾਣ ਕੀਤਾ ਜਾਂਦਾ ਆ, ਕੌਮਾਂ ਸ਼ਹੀਦਾਂ ਕਰਕੇ ਜਿਉਂਦੀਆਂ ਨੇ, ਪਰ ਫਿਰ ਵੀ ਅਸੀਂ ਦੁਨਿਆਵੀ ਹੋਣ ਕਰਕੇ ਜਿਹੜੀ ਮਾਂ ਆ, ਜਿਹੜੇ ਸਕੀ ਸੰਬੰਧੀ ਆ ਜਾਂ ਜਿਹੜੇ ਇਸ ਸੰਘਰਸ਼ ਨੂੰ ਪਿਆਰ ਕਰਦੇ ਆ, ਉਹਨਾਂ ਦੀਆਂ ਅੱਜ ਅੱਖਾਂ ਦੇ ਵਿੱਚ ਪਾਣੀ ਆ। ਮੇਰਾ ਨਾਮ ਗੁਰਦੀਪ ਸਿੰਘ ਹੈ ਜੀ। ਰਾਜੇਵਾਲ ਸਾਹਿਬ ਵੱਲ ਮੇਰੀ ਡਿਊਟੀ ਲਾਈ ਸੀ ਕਿ BK ਰਾਜੇਵਾਲ ਪ੍ਰੈਸ ਸਕੱਤਰ ਪੰਜਾਬ ਤੋਂ ਮੈਂ ਬੋਲਣਾ, ਬਲਾਕ ਘਨੌਰ। ਬੜੀ ਵਧੀਆ ਗੱਲ ਹੈ। ਮੈਨੂੰ ਪਰਿਵਾਰ ਨੇ ਦੁੱਖ ਸਾਂਝਾ ਕਰਨ ਵਾਸਤੇ ਮੇਰੀ ਡਿਊਟੀ ਲਾਈ ਦਿੱਤੀ। ਤੁਹਾਨੂੰ ਰਾਜੇਵਾਲ ਸਾਹਿਬ ਨੇ ਭੇਜਿਆ ਹੈ। ਤੁਹਾਨੂੰ ਲੱਗਦਾ ਹੈ ਕਿ ਸਾਡੇ ਪੰਜਾਬ ਵਾਲੇ ਲੀਡਰਾਂ ਦੀ ਘਾਟ ਮਹਿਸੂਸ ਹੋ ਰਹੀ ਹੈ ਕਿਤੇ ਨਾ ਕਿਤੇ? ਬਹੁਤ ਜ਼ਿਆਦਾ ਹੋ ਜੀ, ਬਹੁਤ ਜ਼ਿਆਦਾ। ਕੱਲ ਚਲੂਨੀ ਸਾਹਿਬ ਨੂੰ ਅਰੈਸਟ ਕਰ ਉਹਨੇ ਲਿਆ। ਆਉਣਾ ਸੀਗਾ, ਉਹਨਾਂ ਦੀ ਭਰਜਾਈ ਰਾਜ ਭੋਗ ਹੈ, ਕੱਲ ਭੈਣ ਦਾ ਸੀਗਾ, ਉਹਨਾਂ ਦਾ ਬੜੀ ਮੁਸੀਬਤ ਪਈ ਵੀ। ਉਹਨਾਂ ਨੇ ਕਹੋ ਕਿਤੇ ਕੰਬਾਨ ਸੰਭਾਲਣ ਕਿ ਜਿਹੜੇ ਹਾਲਾਤ ਨੇ ਤੁਸੀਂ ਸਾਰੇ ਵੇਖੇ ਨੇ। ਤੁਹਾਡੇ ਤੋਂ ਮੈਂ ਸਿਰਫ ਇੱਕ ਹੀ ਗੱਲ ਪੁੱਛਾਂਗਾ, ਜਿਹੜੀ ਗੱਲ ਪ੍ਰਸ਼ਾਸਨ ਕਹਿ ਰਿਹਾ ਆ ਕਿ ਤੁਸੀਂ ਵਿਸ਼ਵਾਸ ਕਰਦੇ ਹੋ ਉੱਤੇ? ਪ੍ਰਸ਼ਾਸਨ ਦੇ ਵਿਸ਼ਵਾਸ ਬਿਲਕੁਲ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ, ਇਨਸਾਫ ਨਹੀਂ ਮਿਲਦਾ, ਹਾਂਜੀ, ਉਹਨਾਂ ਚਿਰ ਮੈਂ ਸਹਿਮਤ ਇਹਦਾ ਇਸ ਗੱਲ ਬੇਟੇ ਦਾ ਸੰਸਕਾਰ ਨਹੀਂ ਕੀਤਾ ਜਾਊਗਾ। ਨਹੀਂ ਕੀਤਾ ਜਾਣਾ ਚਾਹੀਦਾ। ਤੇ ਮੈਂ ਇਸ ਪਰਿਵਾਰ ਨਾਲ ਅੱਜ ਤੋਂ ਇਹ ਸਾਡੀ ਜਥੇਬੰਦੀ ਸਾਂਝ ਜੋੜੂਗੀ ਕਿ ਇਸ ਪਰ ਅਮਰਤ ਸ਼ਹੀਦ ਕਾਕਾ ਅਮਰਤ ਜੀ ਨੂੰ, ਇਹਦੇ ਪਿਤਾ ਜੀ ਨੂੰ ਮੈਂ ਸਾਡੀ ਜਥੇਬੰਦੀ ਵੱਲੋਂ ਤੇ ਇਹ ਦੱਸਣਾ ਚਾਹੁੰਦਾ ਵੀ ਇਹ ਤੁਹਾਡੇ ਪਰਿਵਾਰ 'ਚ ਇੱਕ ਉਹ ਗਹਿਣਾ ਆਇਆ ਸੀਗਾ ਜਿਹੜਾ ਪਰਮੇਸ਼ਰ ਨੂੰ ਜਿੰਨੀ ਆਯੂ ਦਿੱਤੀ ਸੀਗੀ ਉਹ ਪੂਰੀ ਕਰਕੇ, ਉਹਦੀ ਮਰਜ਼ੀ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇਸੇ ਤਰ੍ਹਾਂ ਇਹਦੀ ਆਪਣੀ ਆਯੂ ਪੂਰੀ ਕਰਕੇ ਉਹਨੇ ਪਰ ਸ਼ਹੀਦਾਂ ਦਾ ਇੱਕ ਵੱਖਰਾ ਮਾਣ ਹੁੰਦਾ ਆ, ਸ਼ਹੀਦਾਂ ਦਾ ਸਨਮਾਨ ਹੁੰਦਾ। ਇਹਦਾ ਅੱਜ ਜਨਮ ਹੋਇਆ ਕੱਲ। ਪੰਜਾਬ ਹਰਿਆਣੇ ਦਾ ਨਹੀਂ, ਇਹ ਭਾਰਤ ਦਾ ਸ਼ਹੀਦ ਹੈ ਜੀ। ਇਹ ਪੂਰੀ ਦੁਨੀਆ ਦਾ ਸ਼ਹੀਦ ਆ ਜੀ। ਸ਼ਹੀਦਾਂ ਦਾ ਕੋਈ ਏਰੀਆ ਨਹੀਂ ਹੁੰਦਾ, ਕੋਈ ਸਥਾਨ ਨਹੀਂ ਹੁੰਦਾ ਹੈਗਾ। ਸਾਨੂੰ ਮਾਣ ਰਹੂਗਾ ਸਾਰਿਆਂ ਤੇ। ਅੱਜ ਤੁਹਾਡੇ ਨਾਲ ਇਹ ਗੱਲ ਅਸੀਂ ਕਰਨ ਲੱਗੇ ਹਾਂ, ਅਸੀਂ ਸ਼ਹੀਦ ਲਵਪ੍ਰੀਤ ਸਿੰਘ ਦੇ ਘਰ ਖੜੇ ਹਾਂ, ਜਿਹੜੇ ਪਰਸੋਂ ਜਿਹੜਾ ਅਜੇ ਮਿਸ਼ਰਾ ਦੇ ਬੇਟੇ ਮੋਨੂ ਨੇ ਆਪਣੀ ਗੱਡੀ ਚੜ੍ਹਾ ਕੇ ਤੇ ਗੋਲੀਆਂ ਮਾਰ ਕੇ ਸਾਡੇ ਸਿੰਘ ਸ਼ਹੀਦ ਕੀਤੇ ਸਨ, ਸਾਡੀ ਕੌਮ ਦੇ। ਤੇ ਅਸੀਂ ਅੱਜ ਇੱਕ ਅਜਿਹੇ ਸ਼ਖਸ ਨਾਲ ਤੁਹਾਡੀ ਗੱਲ ਕਰਾਉਣ ਜਾ ਰਹੇ ਹਾਂ, ਕਿਉਂਕਿ ਸਾਡੀਆਂ ਦੋ ਕੌਮਾਂ ਦੁਨੀਆ ਦੇ ਉੱਤੇ ਪਹਿਲਾ ਜਿਹੜਾ ਸ਼ਹਾਦਤ ਦਾ ਸੰਕਲਪ ਸੀਗਾ ਉਹ ਇਸਲਾਮ ਧਰਮ ਨੇ ਲਿਆ ਸੀ ਤੇ ਇਹ ਉਸ ਧਰਮ ਨੂੰ ਬਿਲੋਂਗ ਕਰਦੇ ਨੇ। ਵੈਸੇ ਅਸੀਂ ਸਾਰੇ ਇੱਕੋ ਹੀ ਅੱਲਾ ਦੀ ਜਾਤ ਹਾਂ, ਪਰ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਇਤਿਹਾਸ ਦੱਸਣ ਲਈ ਕੁਝ ਗੱਲਾਂ ਕਰਨੀਆਂ ਪੈਂਦੀਆਂ ਨੇ। ਸਾਡੀ ਬਹੁਤ ਪੀਡੀ ਸਾਂਝ ਆ, ਚਾਹੇ ਉਹ ਸਾਈਂ ਮੀਆਂ ਮੀਰ ਦੀ ਹੋਏ, ਚਾਹੇ ਉਹ ਗਣੀ ਖਾਨ ਨਬੀ ਖਾਨ ਦੀ ਹੋਏ। ਇਤਿਹਾਸ ਦੇ ਵਿੱਚ ਬਹੁਤ ਪੀਡੀ ਗੰਢ ਆ ਸਾਡੀ ਤੇ ਬੜਾ ਹੀ ਸਾਡਾ ਜੋੜ ਆ। ਤਾਂ ਅੱਜ ਵੀ ਤੁਸੀਂ ਦੇਖ ਰਹੇ ਹੋ ਕਿ ਸਾਡੇ ਭਾਈ ਸਾਹਿਬ ਜਿਹੜੇ ਨੇ ਉਹ ਲਖੀਮਪੁਰ ਤੋਂ ਇੱਥੇ ਇਸ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਨੇ ਤੇ ਅਸੀਂ ਉਹਨਾਂ ਨਾਲ ਕਰਾਂਗੇ ਗੱਲਬਾਤ। ਅਸਲਾਮ ਵਾਲੇਕਮ ਜੀ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਅਸੀਂ ਤੁਹਾਡੇ ਨਾਲ ਇਹ ਗੱਲਬਾਤ ਕਰਨੀ ਚਾਹੁੰਦੇ ਹਾਂ ਕਿ ਜਿਵੇਂ ਬੀਜੇਪੀ ਪ੍ਰਸ਼ਾਸਨ ਜਿਹੜਾ ਆ, ਐਡਮਿਨਿਸਟ੍ਰੇਸ਼ਨ ਜਿੰਨੀ ਇੱਥੇ ਆਈ ਹੈ, DM ਸਾਹਿਬ ਆਏ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਤੁਸੀਂ ਜਿਹੜਾ ਆ ਸੰਸਕਾਰ ਕਰੋ ਤੇ ਅਸੀਂ ਤੁਹਾਨੂੰ ਜਿਹੜੀ ਆ ਪੋਸਟਮਾਰਟਮ ਰਿਪੋਰਟ ਜਿਹੜੀ ਆ ਉਹ ਬਾਅਦ 'ਚ ਅਸੀਂ ਦੇ ਦੇਵਾਂਗੇ ਤੁਹਾਨੂੰ। ਤੇ ਦੂਜੀ ਗੱਲ ਇਹ ਆ ਕਿ ਜਿਹੜੀ FIR ਆ ਉਹ ਆਮ ਲੋਕਾਂ ਦੇ ਵਿੱਚ ਨਸ਼ਰ ਨਹੀਂ ਹੋਈ ਕਿਉਂਕਿ ਇਹਨਾਂ ਨੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਕਿਉਂਕਿ ਜਿਹੜੀ ਅਸੀਂ ਇੱਥੇ ਡਾਕਟਰ ਸਾਹਿਬ ਨਾਲ ਗੱਲ ਕੀਤੀ ਆ, ਟੈਕਨੀਕਲ ਗੱਲ ਇਹ ਆ ਕਿ ਜਿੰਨਾ ਚਿਰ ਜਿਹੜੀ ਪੋਸਟਮਾਰਟਮ ਰਿਪੋਰਟ ਨਹੀਂ ਆ ਜਾਂਦੀ ਉਹਨਾਂ ਚਿਰ ਜਿਹੜੀ FIR ਚੇਂਜ ਹੁੰਦੀ ਰਹਿੰਦੀ ਆ। ਤਾਂ ਹੋ ਸਕਦਾ ਆ ਉਹਨੂੰ ਐਕਸੀਡੈਂਟ ਸ਼ੋਅ ਕਰਕੇ, ਕਿਉਂਕਿ ਗੱਡੀ ਦੇ ਥੱਲੇ ਦੇ ਕੇ ਬੰਦੇ ਸ਼ਹੀਦ ਕੀਤੇ ਗਏ ਨੇ, ਤਾਂ ਇਹਨੂੰ ਐਕਸੀਡੈਂਟ ਦਾ ਰੂਪ ਦੇ ਕੇ ਤੇ ਬਾਰੋ-ਬਾਰ ਜ਼ਮਾਨਤਾਂ ਲੈ ਕੇ ਪਾਰ ਹੋ ਜਾਣਗੇ। ਸਾਨੂੰ ਐਵੇਂ ਲੱਗਦਾ, ਤੁਸੀਂ ਕੀ ਸੋਚਦੇ ਹੋ ਜੀ? देखिए, ये लड़ाई जो है वो ना सिर्फ सतनाम सिंह जी के बेटे लवप्रीत की लड़ाई है, ये सारे समाज की लड़ाई है, ये कौम की लड़ाई है, ये किसान की लड़ाई है और ये सच की लड़ाई है। और जिस तरीके से प्रशासन, ये हक की लड़ाई है और ये हक की लड़ाई में हम लोग अपने गर्दन को कुर्बान करने के तैयार हैं। आज कई 100 लोग लखीमपुर के जेलों में बंद हैं
जो सिर्फ यहाँ पे दुख दर्द बांटने के लिए आना चाहते थे जी। और हम लोगों को ना सिर्फ मोटरसाइकिलों से 13-13 घंटे में यहाँ पे भेस बदल के आना पड़ा। और प्रशासन का रवैया ढुलमुल इस वजह से है कि आज ना 3 चीज़ों के ऊपर प्रशासन को मैं कहना चाहता हूँ कि सीबीआई की इंक्वायरी जब तक नहीं होती तब तक हम लोग बचने वाले, इनको छोड़ने वाले नहीं हैं। सीबीआई आता है होम मिनिस्ट्री के अंडर में, तो नैतिक जिम्मेदारी दे लेते हुए गृह मंत्री को इस्तीफा दे देना चाहिए ताकि जांच सही तरीके से हो पाए। दूसरी, कल से लेके आज तक न सिर्फ पीएम की रिपोर्ट आई है, जो पीएम का पैनल बना था जिन डॉक्टरों का, उनके नाम भी नहीं दिए गए हैं और वो सीडी भी अभी तक नहीं दी गई है। उनके नाम भी नहीं दिए उनके नाम भी नहीं दिए गए हैं और वो नाम सीडी के ऊपर पेन से लिखे जाते हैं, तब जाके वो भी उसकी एक कॉपी जो है वो पीड़ित पक्ष को दी जाती है। जी सर, जी एफआईआर कापी है वो तुसी देखी है? एफआईआर कॉपी इस समय तिकोनिया में बताई जा रही है। जब हमने उनसे एफआईआर की कॉपी, हमारे सिख संगठन ने, हमारे भाइयों ने जाके जब मांगी तो उनको एफआईआर की कॉपी नहीं दी जा रही है, कहा कि इंटरनेट नहीं चल रहा है। तो हमने कहा हम मोबाइल फ़ोटो से उसकी कॉपी हम खींचना चाहते हैं, उसकी भी इजाज़त नहीं दी गई, जो लिखी गई है वो भी नहीं दी जा रही है। जब डीएम का काम होता है निष्पक्ष जांच कराना, यहाँ पे डीएम आए, जो कल 45 लाख का चेक देना था, कल से लेके आज तक 45 लाख का चेक भी नहीं हो पाया है और नहीं देके सिर्फ आश्वासन, झूठे कोरे वादे करके ये जनता की आंखों में धूल बेचकर काम करें। हमारे लड़के लवप्रीत की शहादत को हम नमन करते हैं, उसकी शहादत खाली नहीं जाने देंगे। सर एक गल दसो, जिमें तुसी आपने कहा है कि ये जो एफआईआर की कापी आपने मांगी, डीएम साहब जो यहाँ बोल रहे थे कि हमने प्रेस को कापी रिलीज कर दिया, हमने सबको दी है, मैंने आपने परिवार को एफआईआर की कापी नहीं दी है अभी तक, और एफआईआर में क्या लिखा है। दूसरी बात ये है, जब ऐसे कामों में एफआईआर होती है, उसके बाद जब पोस्टमार्टम रिपोर्ट आती है तो उसमें चेंजेस होती हैं, और आपको भी और हमें सबको ये खदशा है। वो कहते हैं कि वहाँ फ़ोटोग्राफी होती है, वहाँ वीडियोग्राफी होती है, तो हम कहते हैं कि वीडियोग्राफी करने वाले भी आप हो, एफआईआर बदलने वाले भी आप हो, और गाड़ी चढ़ाने वाले भी आप हो, और हम कैसे विश्वास करें। परिवार को बुलाया फुसलाया जा रहा है कि आप ऐसा करो, नलाओ धुलाओ, इसका शुरू करो आप। जब इसका संस्कार हो गया तो तब हमारे हाथ में क्या होगा जी? देखिए, जब सैया भय कोतवाल तो डर काहे का। यहाँ पे क्या है कि सारा प्रशासन का फोकस, मैं 5:45 बजे से सुबह से यहाँ पे हूँ, और 5:45 बजे से प्रशासन का पूरा दबाव कल रात भी था कि आप संस्कार कर दो। और जब सिख धर्म में ये चीज़ कही गई है कि अंधेरा होने के बाद में हम संस्कार नहीं करते हैं, तो ये हाथरस के तरीके से यहाँ पे भी दबाव डालना चाहते हैं। मैं तारीफ करना चाहूँगा सिख संगठन ने, जिन्होंने एकाग्रता दिखाते हुए कहा कि हम लोग के यहाँ रात में संस्कार नहीं होता है और हमारे शहीद का संस्कार रात में नहीं होगा, तब बमुश्किल प्रशासन ने यहाँ पे संस्कार नहीं होने दिया। सुबह 5:45 बजे से यहाँ पे एसडीएम, यहाँ पे आला अधिकारी, सीओ आके फिर से हमारे सतनाम जी पे दबाव डाले थे कि आप 5:45 बजे ही संस्कार कर दो। इसमें सुबह 5:45 बजे जब यहाँ पे थे तब ये दबाव दोबारा डाला जा रहा था, जबकि कोई यहाँ पे ना आ पाया था, ना कोई लोग आ पाए थे, ना लड़के ना बच्चे की नानी आ पाई थी शहीद की। उनसे फिर निवेदन किया गया। तो हम लोग संगठित हैं, लड़ाई लड़ने में सक्षम हैं, और एक डिमांड और करते हैं कि अगर जो यहाँ जब 5:45 बजे आया तो यहाँ कोई नहीं था, यहाँ के जो सांसद हैं, जो केंद्रीय मंत्री हैं, उनके गुंडों से यहाँ पे हमारे शहीद के परिवार को जान का खतरा है। अगर हमारे किसी भी सिख भाई को अगर का जान का हमला जैसे मजगई में हुआ, कल गोलियां चली हुई, तो उसकी जिम्मेदार ये केंद्र सरकार के मंत्री होंगे, यहाँ के सांसद होंगे, और डीएम एसपी इसके जिम्मेदार होंगे। यहाँ पे सुरक्षा मुहैया कराना जल्द से जल्द उनकी ज़रूरी है। अच्छा, ये बात जो है बड़ी आपने पते की कही कि इनको खतरा है। जैसे मैंने एक आदमी कल एक भी नहीं था, मैंने जो बात मैं कहने जा रहा हूँ कि पूरे यहाँ किसी एक आदमी ने उसके खिलाफ ये बात ऐसी नहीं कि खिलाफ है, ये सत्य है, ये सच है कि वो आदमी ऐसा है, नुकसान पहुंचा सकता है। देखिए, ये बात हम कोई बोल नहीं रहा। ये बात हम और आप कहेंगे तो इसको कहा जाएगा कि इस बात को, ये 25 तारीख को यहाँ के गृह राज्य मंत्री ने संपूर्ण नगर में ये कहा कि सांसद और विधायक बनने से पहले मेरा एक इतिहास था
कृपया करके मेरे इतिहास, ये उनके शब्द हैं कि जो मेरा इतिहास नहीं जानते कृपया पढ़ लें। मैं गृह राज्य मंत्री को कहना चाहता हूं कि सबसे पहले जाओ सिख कौम का इतिहास पढ़ लो, कुर्बानी वाला इतिहास है, और हमारे इतिहास को पढ़ने के बाद में तुम्हें पता चल जाएगा कि तुम इतिहास हो जाओगे और तुम्हें इतिहास यहीं के ही। तो उन्हीं ने धमकी दी थी कि हम पलिया और लखीमपुर में सिख कौम को नहीं रहने देंगे। मैं इनको कहना चाहता हूँ 1.25 लाख सिख लड़ाऊं, चिड़ियन से मैं बाज लड़ाऊं, तब गुरु गोबिंद सिंह राज लड़ाऊं। वाहेगुरु जी का खालसा, वाहेगुरु जी की फतेह। सर एक सिर्फ गल छोटी जी और, सॉरी, एक बात और हम कहना चाहते हैं कि काफ़ी पहले की बात है, अगर आपको पता हो तो आप दुरुस्त करें, बहुत पहले की बात है कि 2 सरदारों को जी इन्होंने बहुत पीटा था जी और नग्न कर दिया था जी। ये इसका इतिहास है जी, इतिहास है। निघासन में ज़मीन के मामले में इन्हीं ने 2 सिख भाइयों को उनके रात के अंधेरे में उसके ऊपर केस भी चला था और वहाँ पे उनका शहादत हुई थी, तब इतिहास शुरू हुआ था। पर अब मैं समझता हूँ ये लड़ाई जो है, अब उनके जो सुपुत्र हैं उन तक आंच पहुँच गई है, वीडियो सामने है, साक्ष्य सामने है, और ये सच जो है ये जनता उजागर करेगी, मीडिया उजागर करेगी। हम आपके माध्यम से चाहते हैं कि ये देश और विदेश में और यूएन तक में बात जाए कि हिंदुस्तान में और हमारे वतन में किस तरीके से अल्पसंख्यक बिरादरी को ये परेशान किया जा रहा है और अल्पसंख्यक बिरादरी को दबाने का, कुचलने का, दलितों को काम किया जा रहा है। हम सारे समाज के साथ में हैं और सारे धर्मों का इज्जत करते हुए चाहेंगे सबसे पहले हम लोग अपने भाइयों को मजबूत करते हुए, एक करते हुए उनकी सेफ्टी, सिक्योरिटी की मांग करते हैं। ठीक है सर, मैं ਤੁਹਾਨੂੰ ਹੁਣ ਪੰਜਾਬੀ ਦੱਸਣਾ ਚਾਹਾਂਗਾ। ਕਈਆਂ ਨੂੰ ਜਿਹੜੀ ਹਿੰਦੀ ਭਾਸ਼ਾ ਨਹੀਂ ਆਉਂਦੀ, ਇਹ ਕਹਿੰਦੇ ਨੇ ਕਿ ਉਸ ਬੰਦੇ ਨੇ ਆਪਣੇ ਮੂੰਹ ਇਹ ਗੱਲ ਕਹੀ ਆ ਕਿ ਐਮਪੀ ਬਣਨ ਤੋਂ ਪਹਿਲਾਂ ਮੇਰਾ ਇਤਿਹਾਸ ਤੁਸੀਂ ਜਾਣਦੇ ਹੋ। ਕਹਿਣ ਤੋਂ ਭਾਵ ਉਹ ਕਹਿੰਦਾ ਸੀ ਕਿ ਮੈਂ ਗੱਬਰ ਸਿੰਘ ਆ ਤੇ ਮੈਂ ਕਿਵੇਂ ਲੋਕਾਂ ਨੂੰ ਲੁੱਟਿਆ ਕੁੱਟਿਆ ਤੁਸੀਂ ਸਮਝਦੇ ਹੋ। ਲਖੀਮਪੁਰ ਤੇ ਪੀਲੀਭੀਤ ਦੇ ਏਰੀਆ ਦੇ ਵਿੱਚੋਂ ਸਾਰੇ ਪੰਜਾਬੀਆਂ ਨੂੰ ਕੱਢ ਦੇਵਾਂਗਾ, ਇਹ ਉਹਨੇ ਧਮਕੀ ਦਿੱਤੀ ਸੀ। ਉਸ ਤੋਂ ਬਾਅਦ ਉਹਨੇ ਸਾਡੇ ਜਿਹੜੇ ਸ਼ਰੇਆਮ ਜਿਹੜੀ ਉਹਨੇ ਧਮਕੀ ਦਿੱਤੀ ਸੀ ਉਹ ਸੱਚ ਕਰਕੇ ਵਿਖਾਤਾ। ਇਹ ਚੈਲੰਜ ਜਿਹੜਾ ਸਿੱਖ ਕੌਮ ਨੇ ਕਬੂਲ ਕੀਤਾ ਆ ਤੇ ਅੱਗੇ ਦੇਖਾਂਗੇ ਸਾਡੀਆਂ ਸੰਗਤਾਂ, ਸਾਡੀਆਂ ਜਥੇਬੰਦੀਆਂ, ਸਾਡੇ ਲੀਡਰ ਕੀ ਫੈਸਲਾ ਲੈਂਦੇ ਨੇ, ਉਹ ਵੀ ਤੁਹਾਡੇ ਨਾਲ ਸਾਰੀ ਗੱਲ ਜਿਹੜੀ ਇੱਕ ਗੱਲ ਜਿਹੜੀ ਮਹੱਤਵਪੂਰਨ ਇਹ ਆ, ਇਹਨਾਂ ਨੇ ਕਿਹਾ ਆ ਕਿ FIR ਲੈਣ ਗਿਆ ਨੇ, ਸਾਨੂੰ ਉਹਨਾਂ ਨੇ FIR ਨਹੀਂ ਵਿਖਾਈ ਅਜੇ ਤੱਕ। ਇਹ ਗੱਲ ਜਿਹੜੀ ਬਹੁਤ ਜ਼ਰੂਰੀ ਸੀ ਔਰ ਇਹ ਜ਼ਿੰਮੇਵਾਰ ਨੇ ਇਸ ਗੱਲ ਦੇ, ਇਹ ਲੀਡਰ ਨੇ, ਇਹਨਾਂ ਨੇ ਇਹ ਗੱਲ ਕਹੀ ਆ, ਇਹਨਾਂ ਦੇ ਸ਼ਬਦ ਨੇ ਇਹ FIR ਦੀ ਕਾਪੀ ਵੀ ਉਹਨਾਂ ਨੇ ਅਜੇ ਤੱਕ नहीं ਵਿਖਾਈ है। दबाव हो रहा था कि घनश्याम नहीं आना चाहिए, बस हमको वो PM रिपोर्ट चाहिए, ये सब नहीं चाहिए हमको। मैं गवाह हूँ, इसीलिए मैं साहब सिंह ढूंढ रहा था सुबह से। इनको इनने नानपारा जाना था, मैंने इनको वापस बुलाया। मैंने कहा मैंने अपने कानों से सुना है वहाँ से दबाव हो रहा है कि घनश्याम नहीं आना चाहिए। हम इसको जहाँ एम्स में या पंजाब में दोबारा करवाना चाहिए। श्रीमान जी हमारे मुख्यमंत्री जी कह रहे हैं बार-बार टीवी चैनल पर कि न्याय होगा, न्याय होगा। हमें उस लड़के का PM रिपोर्ट चाहिए जिसमें हमारा हम लोगों को डाउट है। हम चारों मंगवा दे रहे हैं, इससे हमें कोई मतलब नहीं। देखिए हमारे देखिए यहाँ आप कोई प्रॉब्लम नहीं है। आप काफी समय से यहाँ पर हैं, हमारे जिले में हमारे को पुलिस से कोई दिक्कत नहीं है। हाँ यहीं नहीं पर अभी सर कोई कुछ नहीं आ रहा, हमें वो चाहिए PM रिपोर्ट। हाँ आपके हर चीज़ के हम लोग सहमत हैं। हमें वहाँ डाउट हुआ, मैंने खुद देखा है सब कुछ, मैं मौके का वहाँ गवाह हूँ। इसलिए इनको बुलाया वहाँ पर दबाव बन रहा था कि इसको परिवर्तन करिए। और ये अभी ये नानपारा जा रहे थे, इनको रास्ते से बुलाया है कि आप वहाँ हमें उस लड़के की PM रिपोर्ट सर चाहिए। हमारे माननीय मुख्यमंत्री जी बिल्कुल निष्पक्ष जांच की बात कर रहे हैं, लेकिन उस पे हमारे जो गृह मंत्री जी हैं वो सर उसमें दबाव डाल के उसको निष्पक्ष जांच के लिए वो बाधा बना रहे हैं। अगर उसमें परिवर्तन होगा तो हम लोग सर दिल्ली से अपनी जांच कराएंगे। ऐसा कुछ नहीं है। नहीं सर वो रिपोर्ट दीजिए बस। ऐसा है नहीं कुछ, ऐसा क्यों नहीं? हम सर मौके पे थे, पैनल से हुआ है, पैनल से हुआ, लेकिन हम लोग थे सर, किसी ने हम लोगों को अंदर नहीं घुसने दिया है। अंदर नहीं जाने देंगे ना सर क्यों नहीं? नहीं सर, तो सर बात सुनिए सर, हमें PM रिपोर्ट अभी तक कितने घंटे हो गए? आप सर कप्तान साहब हैं सर, बात सुनिए, आपके पास तुरंत एक कॉपी। किससे बात हुई आपकी यहाँ की? और बस FIR तिगुनिया में हुई है, तिगुनिया में सारे वहाँ पर सारी रिपोर्टें जानी चाहिए थाने में। 50 लोग वहाँ बैठे हैं। एक मिनट साहब सिंह जी, एक मिनट साहब सिंह जी, एक मिनट। आप फिर हम